ਜ਼ਿੰਦਗੀ ਜ਼ਿੰਦਾਬਾਦ। ਰਾਣਾ ਰਣਵੀਰ। ਜਿਸ ਕੋਲ ਸ਼ਬਦ ਹਨ ਉਹ ਮਨੁੱਖ ਹੈ, ਜਿਸ ਕੋਲ ਸ਼ਬਦਾਂ ਲਈ ਸਤਿਕਾਰ ਹੈ ਉਹ ਮਨੁੱਖਤਾ ਦੇ ਹੱਕ ਵਿੱਚ ਹੈ। ਜਿਸ ਨੂੰ ਸ਼ਬਦ ਘੜਨੇ ਅਤੇ ਜੜਨੇ ਆਉਂਦੇ ਹਨ ਉਹ ਲੇਖਕ ਹੈ, ਕਲਾਕਾਰ ਹੈ। ਜੋ ਸ਼ਬਦ ਨੂੰ ਪੜ੍ਹ ਸਕਦਾ ਹੈ, ਸਮਝ ਲੈਂਦਾ ਹੈ, ਉਹ ਪਾਠਕ ਹੁੰਦਾ ਹੈ। ਪਾਠਕ ਹੋਣਾ ਪ੍ਰਾਪਤੀ ਹੈ। ਸਹੀ ਬੋਲ, ਸੁਥਰੇ ਸ਼ਬਦ, ਸਪਸ਼ਟ ਬਾਣੀ ਮਨੁੱਖ ਵਿੱਚ ਪਰਿਵਰਤਨ ਲੈ ਕੇ ਆਉਂਦੇ ਹਨ। ਜੋ ਮਨੁੱਖ ਇਹਨਾਂ ਤੋਂ ਟੁੱਟ ਜਾਂਦਾ ਹੈ ਉਸ ਕੋਲ ਨਾ ਤਰਕ ਰਹਿੰਦਾ ਹੈ ਅਤੇ ਨਾ ਹੀ ਆਤਮ ਵਿਸ਼ਵਾਸ। ਤਰਕ ਅਤੇ ਆਤਮ ਵਿਸ਼ਵਾਸ ਤੋਂ ਬਿਨਾਂ ਪਰਿਵਰਤਨ ਸੰਭਵ ਨਹੀਂ ਹੈ। ਬੋਲਾਂ ਨੂੰ ਸੁਣ ਕੇ ਅਤੇ ਸ਼ਬਦਾਂ ਨੂੰ ਪੜ੍ਹ ਕੇ ਹੀ ਮਨੁੱਖੀ ਜੀਵਨ ਵਿੱਚ ਹੈਰਾਨ ਕਰ ਦੇਣ ਵਾਲੇ ਪਰਿਵਰਤਨ ਆਉਂਦੇ ਹਨ। ਕਬੀਰ ਜੀ ਦੇ ਬੋਲ ਸ਼ਬਦ ਬਣ ਜਦ ਬਾਣੀ ਵਿੱਚ ਸਮਾਏ ਤਾਂ ਹਨੇਰੇ ਵਿੱਚ ਭਟਕਦਿਆਂ ਅਨੇਕ ਲੋਕਾਂ ਨੂੰ ਰੋਸ਼ਨੀ ਮਿਲੀ, ਅੱਜ ਵੀ ਮਿਲ ਰਹੀ ਹੈ ਅਤੇ ਮਿਲਦੀ ਰਹੇਗੀ। ਪਰ ਉਹਨਾਂ ਨੂੰ ਜੋ ਸ਼ਬਦ ਨੂੰ ਸਮਝਣਗੇ, ਅਪਣਾਉਣਗੇ ਅਤੇ ਫੈਲਾਉਣਗੇ। ਗੁਰੂ ਨਾਨਕ ਦੇਵ ਜੀ ਨੇ ਜਾਗਰਿਤ ਹੋਣ ਦਾ ਹੋਕਾ ਦਿੰਦਿਆਂ ਸਾਨੂੰ ਬੋਲ, ਸ਼ਬਦ, ਬਾਣੀ ਦੀ ਮਹੱਤਤਾ ਬਾਰੇ ਗਿਆਨ ਦਿੱਤਾ। ਬਾਣੀ ਦੁਆਰਾ ਸਾਨੂੰ ਜਾਗਰੂਕ ਕੀਤਾ। ਧਰਤੀ, ਪਤਾਲ, ਆਕਾਸ਼, ਕੁਦਰਤ, ਮਨੁੱਖਤਾ ਬਾਰੇ ਤਰਕ ਨਾਲ ਗਿਆਨ ਦਿੱਤਾ। ਇਹ ਗਿਆਨ ਹੀ ਅਨਪੜ੍ਹ, ਪਖੰਡੀਆਂ, ਵਹਿਮੀਆਂ ਅਤੇ ਹੰਕਾਰਿਆਂ ਹੋਇਆਂ ਵਿੱਚ ਪਰਿਵਰਤਨ ਲੈ ਕੇ ਆਇਆ। ਸ਼ਬਦ ਦੀ ਤਾਕਤ ਦੀ ਬਦੌਲਤ ਹੀ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਦੀ ਪਾਠਸ਼ਾਲਾ ਦਾ ਫਲਾਅ ਹੁੰਦਾ ਹੈ। ਗੁਰੂ ਰਾਮਦਾਸ ਜੀ ਸਾਨੂੰ ਬਾਣੀ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਹਿੰਦੇ ਹਨ, ਗੁਰੂ, ਅਧਿਆਪਕ, ਉਸਤਾਦ, ਸ਼ਬਦ ਅਤੇ ਬੋਲ ਬਿਨਾਂ ਪਰਿਵਰਤਨ ਸੰਭਵ ਨਹੀਂ ਹੈ। ਇਸੇ ਲਈ ਸਾਨੂੰ ਕ੍ਰਿਸ਼ਨ, ਹਜ਼ਰਤ ਮੁਹੰਮਦ, ਕਬੀਰ, ਨਾਨਕ, ਗੀਤਾ, ਕੁਰਾਨ, ਪੰਥ, ਗੁਰਪੁਰਾਣ ਮਿਲੇ ਹਨ। ਪਰਿਵਰਤਨ ਨੇ ਹੀ ਭਾਸ਼ਾ ਹੋਂਦ ਵਿੱਚ ਲਿਆਂਦੀ ਹੈ। ਪਰਿਵਰਤਨ ਨਾ ਹੁੰਦਾ ਤਾਂ ਲਿਪੀਆਂ ਨਾ ਹੁੰਦੀਆਂ। ਬੋਲ, ਸ਼ਬਦ, ਬਾਣੀ ਦੀ ਸ਼ਕਤੀ ਨੂੰ ਪਹਿਚਾਣਦਿਆਂ ਗੁਰੂ, ਭਗਤਾਂ, ਕਵੀਆਂ, ਕਹਾਣੀਕਾਰ, ਕਿੱਸੇਕਾਰਾਂ ਨੇ ਤੇ ਭੰਡ, ਗਵੱਈਏ, ਪ੍ਰਚਾਰਕਾਂ, ਕਵਿਸ਼ਰੀਆਂ ਨੇ। ਸ਼ਬਦ ਅਤੇ ਸਾਹਿਤ ਨੇ ਸੰਸਾਰ ਵਿੱਚ ਅਸੰਭਵ ਪਰਿਵਰਤਨ ਲੈ ਕੇ ਆਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸਾਹਿਤ ਨੇ ਹੀ ਸਾਨੂੰ ਧਰਤੀ ਉੱਤੇ ਅਲੱਗ-ਅਲੱਗ ਥਾਵਾਂ ਤੇ ਰਹਿੰਦੇ ਮਨੁੱਖਾਂ ਤੱਕ ਦੂਜੇ ਮਨੁੱਖ ਦੀ ਕਥਾ, ਕਹਾਣੀਆਂ, ਰਹਿਣ-ਸਹਿਣ ਅਤੇ ਗਿਆਨ-ਅਗਿਆਨ ਨੂੰ ਪਹੁੰਚਦਾ ਕੀਤਾ। ਕਿਤਾਬਾਂ ਦੀ ਤਾਕਤ ਨੇ ਹੀ ਮਨੁੱਖ ਨੂੰ ਨਵੇਂ ਰਾਹਾਂ ਤੇ ਤੁਰਨ ਦਾ ਹੌਸਲਾ ਦਿੱਤਾ। ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਕਿਤਾਬਾਂ ਆ ਜਾਂਦੀਆਂ ਹਨ ਉਹ ਆਪ ਹੀ ਤਬਦੀਲ ਹੋ ਜਾਂਦੇ ਹਨ, ਹੋਰਾਂ ਨੂੰ ਵਿੱਚ ਵੀ ਪਰਿਵਰਤਨ ਲੈ ਕੇ ਆਉਂਦੇ ਹਨ। ਜੇ ਬੋਲ ਸ਼ਬਦ ਆਪਣੇ ਚਿਰ ਸਥਾਈ ਅਸਰ ਰੱਖਦੇ ਹਨ ਤਾਂ ਸ੍ਰੀ ਕ੍ਰਿਸ਼ਨ ਯੁੱਧ ਦੇ ਮੈਦਾਨ ਵਿੱਚ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੰਦੇ ਹਨ। ਜੇ ਲਿਖਿਆ ਹੋਇਆ ਮਹੱਤਵਪੂਰਨ ਨਾ ਹੁੰਦਾ ਤਾਂ ਗੁਰੂ ਨਾਨਕ ਦੇਵ ਜੀ 4 ਉਦਾਸੀਆਂ ਦੌਰਾਨ ਭਗਤਾਂ ਦੀ ਬਾਣੀ ਇਕੱਠੀ ਨਾ ਕਰਦੇ। ਲਿਖਤ ਅਤੇ ਲੇਖਕਾਂ ਦੇ ਮਨ ਉੱਤੇ ਸਿੱਧਾ ਅਸਰ ਕਰਦੇ ਹਨ ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਦਰਬਾਰ ਵਿੱਚ 52 ਕਵੀਆਂ ਨੂੰ ਸਤਿਕਾਰਯੋਗ ਸਥਾਨ ਦਿੱਤਾ ਸੀ। ਯੁੱਗ ਬਦਲਣ ਵਾਲੇ ਅਤੇ ਹੱਕ ਸੱਚ ਦੇ ਰਾਖੇ ਵਰਕਿਆਂ ਉੱਤੇ ਉਕਰੇ ਸ਼ਬਦਾਂ ਦੀ ਕੀਮਤ ਤੋਂ ਭਲੀ ਭਾਂਤ ਵਾਕਿਫ ਰਹਿਣਗੇ। ਕਰਤਾਰ ਸਿੰਘ ਸਰਾਭਾ ਦੀ ਕਵਿਤਾ ਦੇਸ਼ ਸੇਵਾ, ਦੇਸ਼ ਦੀ ਜਿੰਦੜੀ ਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਅੱਜ ਵੀ ਉਹੀ ਅਸਰ ਨਾਲ ਜੋਸ਼ ਭਰਦੀ ਹੈ ਜਿਵੇਂ ਆਜ਼ਾਦੀ ਦੀ ਲੜਾਈ ਵੇਲੇ ਭਰਦੀ ਸੀ। ਕਿਤਾਬਾਂ ਭਗਤ ਸਿੰਘ ਦੀ ਜੀਵਨ ਵਿੱਚ ਪਰਿਵਰਤਨ ਲੈ ਕੇ ਆਈਆਂ। ਆਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਭਗਤ ਸਿੰਘ ਨੇ ਇੱਕ ਵੱਡਾ ਪਰਿਵਰਤਨ ਲੈ ਕੇ ਆਇਆ। ਭਗਤ ਸਿੰਘ ਆਪਣੇ ਇੱਕ ਲੇਖ, ਸਾਹਿਤ ਅਤੇ ਲੋਕ ਚਿੰਤਨਾਵਾਂ ਵਿੱਚ ਲਿਖਦੇ ਹਨ, ਇਹ ਤਾਂ ਪੱਕੀ ਗੱਲ ਹੈ ਕਿ ਸਾਹਿਤ ਬਿਨਾਂ ਕੋਈ ਦੇਸ਼ ਅਤੇ ਜਾਤੀ ਉੱਨਤੀ ਨਹੀਂ ਕਰ ਸਕਦੀ। ਜਿਹੜੇ ਲੋਕ ਪਰਿਵਰਤਨ ਨਹੀਂ ਚਾਹੁੰਦੇ ਉਹ ਜਿਉਣ ਦਾ ਚਾਅ ਨਹੀਂ ਰੱਖਦੇ। ਪਰਿਵਰਤਨ ਤੋਂ ਭੱਜਣ ਵਾਲੇ ਮਨੁੱਖ ਕੁਦਰਤ ਨਾਲ ਰੁੱਸੇ ਹੋਏ ਹੁੰਦੇ ਹਨ। ਧੀ ਪੁੱਤ ਮਨੁੱਖ ਦੀ ਜ਼ਿੰਦਗੀ ਵਿੱਚ ਵੱਡਾ ਪਰਿਵਰਤਨ ਲੈ ਕੇ ਆਉਂਦੇ ਹਨ। ਕਿਤਾਬਾਂ ਨਾਲ ਜੁੜਨ ਵਾਲੇ ਧੀ ਪੁੱਤ ਸਮਾਜ ਵਿੱਚ ਪਰਿਵਰਤਨ ਲੈ ਕੇ ਆਉਂਦੇ ਹਨ। ਧੀ ਪਰਿਵਰਤਨ ਨੂੰ ਬਹੁਤ ਜਲਦੀ ਸਵੀਕਾਰ ਕਰ ਲੈਂਦੀ ਹੈ, ਇਸੇ ਲਈ ਧੀ ਪਰਿਵਰਤਨ ਲਈ ਪ੍ਰੇਰਨਾ ਬਣਦੀ ਹੈ। ਧੀ ਨੂੰ ਕਤਲ ਕਰਨ ਵਾਲੇ ਪਰਿਵਰਤਨ ਤੋਂ ਡਰਦੇ ਹਨ। ਪਰਿਵਰਤਨ ਨੂੰ ਸਵੀਕਾਰ ਕਰਨ ਵਾਲੇ ਲੋਕ ਸਲਾਹੇ ਜਾਂਦੇ ਹਨ। ਪਰਿਵਰਤਨ ਲਿਆਉਣ ਵਾਲੇ ਹੀ ਮਹਾਨ ਬਣਦੇ ਹਨ। ਪਰਿਵਰਤਨ ਦੇ ਰਾਹ ਤੇ ਪੈਣ ਵਾਲੇ ਲੋਕ ਖੁਸ਼ੀ ਦੇ ਡੇਰੇ ਤੇ ਪਹੁੰਚ ਕੇ ਧਮਾਲਾਂ ਪਾਉਂਦੇ ਹਨ। ਧਮਾਲਾਂ ਪਾਉਣ ਲਈ ਸੋਚ ਨੂੰ ਚਾਅ ਦੇ ਖੰਭ ਲਾਉਣੇ ਜ਼ਰੂਰੀ ਹਨ। ਸੋਚ ਵਿੱਚ ਪਰਿਵਰਤਨ ਨਾ ਆਉਂਦਾ ਤਾਂ ਅੱਜ ਅਸੀਂ ਵੀ ਜੰਗਲਾਂ ਵਿੱਚ ਹੁੰਦੇ। ਸੋਚ ਵਿੱਚ ਪਰਿਵਰਤਨ ਨਾ ਆਉਂਦਾ ਤਾਂ ਭਾਰਤ ਆਜ਼ਾਦ ਨਾ ਹੁੰਦਾ। ਪਰਿਵਰਤਨ ਨੇ ਹੀ ਸਕੂਲ, ਕਾਲਜ ਹੋਂਦ ਵਿੱਚ ਲਿਆਂਦੇ ਹਨ। ਅੱਜ ਵੀ ਪਰਿਵਰਤਨ ਦੀ ਲੋੜ ਹੈ। ਪਰਿਵਰਤਨ ਹਰ ਵਕਤ ਦੀ ਜ਼ਰੂਰਤ ਹੈ। ਹੇ ਟਾਈਮ ਪਰਿਵਰਤਨ ਲਈ, ਤੁਸੀਂ ਚਾਹਵਾਨ ਹੋ ਪਰਿਵਰਤਨ ਲਈ? ਆਪਣੇ ਆਲੇ ਦੁਆਲੇ ਵਿੱਚ ਟੈਨਸ਼ਨ ਦਿੰਦਾ ਹੈ ਨਾ ਆਲਾ ਦੁਆਲਾ, ਓਕੇ, ਟੈਨਸ਼ਨ ਨਾ ਲਿਆ ਕਰੋ, ਨਾ ਹੀ ਟੈਨਸ਼ਨ ਦਿਆ ਕਰੋ, ਕਿਉਂਕਿ ਦੋਵੇਂ ਪਾਸੇ ਮਿਲਣਾ ਕੁਝ ਵੀ ਨਹੀਂ ਤੇ ਗਵਾਉਣ ਨੂੰ ਬਹੁਤ ਕੁਝ ਹੋ ਸਕਦਾ ਹੈ। ਆਪਾ ਗਵਾਉਣਾ ਨਹੀਂ ਪਾਉਣਾ।
ਉਹ ਵੀ ਪਿਆਰ ਨਾਲ, ਨਿਸ਼ਚੇ ਨਾਲ, ਠੀਕ ਰਹਿ ਕੇ, ਮਸਤੀ ਵਿੱਚ। ਦਰਅਸਲ ਜੇ ਤੁਸੀਂ ਪਰਿਵਰਤਨ ਚਾਹੁੰਦੇ ਹੋ ਆਲੇ ਦੁਆਲੇ ਵਿੱਚ, ਉਹਦੇ ਲਈ ਖੁਦ ਵਿੱਚ ਪਹਿਲਾ ਪਰਿਵਰਤਨ ਲਿਆਉਣਾ ਪੈਣਾ ਹੈ ਅਤੇ ਖੁਦ ਨੂੰ ਚੰਗੇ ਵਿਚਾਰ ਨਾਲ ਜੋੜਨਾ ਹੀ ਸਭ ਤੋਂ ਜ਼ਰੂਰੀ ਹੈ। ਹਰ ਬੰਦਾ ਚਾਹੁੰਦਾ ਹੈ ਕਿ ਉਸਦੇ ਕਿਰਦਾਰ ਦੀ ਚੰਗੀ ਗੱਲ ਕੀਤੀ ਜਾਵੇ। ਕੌਣ ਨਹੀਂ ਚਾਹੁੰਦਾ ਕਿ ਉਸਦੇ ਕਿਰਦਾਰ ਦੀ ਸੋਹਣੀ ਮਿਸਾਲ ਨਾ ਦਿੱਤੀ ਜਾਵੇ। ਅਸੀਂ ਸਭ ਚਾਹੁੰਦੇ ਹਾਂ ਕਿ ਹਰ ਇੱਕ ਦਾ ਕਿਰਦਾਰ ਕੁਦਰਤ ਅਤੇ ਮਨੁੱਖ ਦੇ ਹੱਕ ਵਿੱਚ ਹੋਵੇ। ਇਹ ਕਿਵੇਂ ਹੋਵੇ? ਕਮਜ਼ੋਰ ਹੋਣਾ ਕੋਈ ਪਸੰਦ ਨਹੀਂ ਕਰਦਾ, ਤਾਕਤਵਰ ਹੋਣਾ ਸਭ ਦੀ ਰੀਝ ਹੁੰਦੀ ਹੈ ਤੇ ਹੋਣੀ ਵੀ ਚਾਹੀਦੀ ਹੈ। ਮਨੁੱਖਤਾ ਵਿਰੋਧੀਆਂ ਦੇ ਕੁਦਰਤ ਵਿਰੋਧੀ ਤਾਕਤਾਂ ਨੂੰ ਚੰਗਾ ਅਤੇ ਸੋਹਣਾ ਸੋਚਣ ਵਾਲੇ ਕਦੇ ਵੀ ਪਸੰਦ ਨਹੀਂ ਕਰਦੇ। ਤੁਹਾਡਾ ਅਤੇ ਮੇਰਾ ਸਾਂਝਾ ਸ਼ਿਕਵਾ ਹੈ ਕਿ ਸਿਆਸੀ ਤਾਕਤ ਵਾਲੇ ਆਮ ਜਨਤਾ ਦਾ ਦਰਦ ਨਹੀਂ ਪਹਿਚਾਣਦੇ। ਅੱਜ ਬਹੁਤ ਸਾਰੀਆਂ ਪਰਿਸਥਿਤੀਆਂ ਉੱਤੇ ਅਸੀਂ ਖੁਦ ਨੂੰ ਕਮਜ਼ੋਰ ਮਹਿਸੂਸ ਕਰਦੇ ਹਾਂ। ਸਭ ਮਨੁੱਖ ਬਰਾਬਰ ਹਨ, ਬਰਾਬਰਤਾ ਦਾ ਅਧਿਕਾਰ ਦਿਓ। ਉਹ ਮੇਰੇ ਬਰਾਬਰ ਦਾ ਨਹੀਂ, ਅਸੀਂ ਉਸਦੇ ਬਰਾਬਰ ਹੋ ਹੀ ਨਹੀਂ ਸਕਦੇ, ਉਹਦੇ ਬਰਾਬਰ ਕੋਈ ਨਹੀਂ ਖੜ ਸਕਦਾ। ਬਰਾਬਰਤਾ ਵਰਗੀ ਰੀਸ ਨਹੀਂ, ਬਰਾਬਰਤਾ ਹੀ ਸਹੀ ਜੀਵਨ ਨੂੰ ਨੀਂਹ ਰੱਖਦੀ ਹੈ। ਇਹ ਗੱਲਾਂ ਅਸੀਂ ਅਕਸਰ ਹੀ ਕਰਦੇ ਹਾਂ ਤੇ ਸੁਣਦੇ ਵੀ ਹਾਂ। ਕਿਰਦਾਰ, ਤਾਕਤ, ਬਰਾਬਰਤਾ ਦੀ ਘਾਟ ਹੀ ਸਾਨੂੰ ਬੇਚੈਨ ਕਰਦੀ ਹੈ। ਇਹ ਬੇਚੈਨ ਕਰਨ ਵਾਲੇ ਸ਼ਬਦ ਹੀ ਰਾਹ ਦਿਖਾ ਰਹੇ ਹਨ। ਇਹ ਸ਼ਬਦ ਹੀ ਸਾਨੂੰ ਸਕੂਨ ਦੀ ਪੌੜੀ ਬਣ ਸਕਦੇ ਹਨ। ਕਿਵੇਂ? ਕਿਰਦਾਰ ਵਿੱਚੋਂ ਕੱਕੇ ਨੂੰ ਸ਼ਾਹਰੀ ਲੈ ਕੇ ਲੈ ਲਵੋ ਕੀ, ਤਾਕਤ ਦੇ ਤੱਤੇ ਨੂੰ ਕੰਨਾਂ ਲਾ ਕੇ ਲੈ ਲਵੋ ਤਾ, ਬਰਾਬਰ ਦੇ ਵਿੱਚ ਬੱਬੇ ਨੂੰ ਲੈ ਲੈਂਦੇ ਹਾਂ ਬ, ਤਾਂ ਅਸੀਂ ਲੈ ਲਿਆ ਕੀ ਤਾ ਬ। ਇਹਨਾਂ ਨੂੰ ਜੋੜ ਦਿੰਦੇ ਹਾਂ। ਇਕੱਲੇ ਇਕੱਲਾ ਰਹਿਣ ਨਾਲ ਕੁਝ ਨਹੀਂ ਹੁੰਦਾ, ਕਿਉਂਕਿ ਇਕੱਠੇ ਹੋਣਾ, ਇਕੱਠੇ ਕਰਨਾ ਹੀ ਸਾਡਾ ਮਕਸਦ ਹੋਣਾ ਚਾਹੀਦਾ ਹੈ। ਕਿਤਾਬ, ਖੁਸ਼ੀ, ਹੌਸਲਾ, ਮੰਜ਼ਿਲ, ਕਿਰਦਾਰ, ਤਾਕਤ, ਬਰਾਬਰਤਾ, ਸਕੂਨ, ਮਿੱਤਰਤਾ ਹਾਸਲ ਕਰਨ ਦਾ ਮੰਤਰ ਹੀ ਹੈ ਕਿਤਾਬ। ਕਿਤਾਬਾਂ ਦਾ ਇਹ ਮੰਤਰ ਛੋਟਿਆਂ ਵੱਡਿਆਂ ਸਭ ਲਈ ਜ਼ਰੂਰੀ ਹੈ। ਇਹ ਦੱਸੋ, ਤੁਸੀਂ ਕਿਤਾਬਾਂ ਪੜ੍ਹਦੇ ਹੋ? ਪੜ੍ਹੇ ਲਿਖੇ ਉੱਪਰ ਅਮਲ ਕਰਦੇ ਹੋ? ਜੇ ਪੜ੍ਹਦੇ ਹੋ ਤਾਂ ਕੀ ਕਿਸੇ ਹੋਰ ਨੂੰ ਪੜ੍ਹਨ ਲਈ ਪ੍ਰੇਰਿਤ ਕਰਦੇ ਹੋ? ਜੇ ਨਹੀਂ ਪੜ੍ਹਦੇ ਹੋ ਤਾਂ ਕਿਉਂ? ਮੈਂ ਵੀ ਕਦੇ ਕਿਤਾਬਾਂ ਨਹੀਂ ਪੜ੍ਹਦਾ ਸੀ। ਇੱਕ ਵਕਤ ਮੇਰੇ ਲਈ ਪੜ੍ਹਨਾ ਸਿਰਫ ਜਮਾਤ ਪਾਸ ਕਰਕੇ ਡਿਗਰੀਆਂ ਹਾਸਲ ਕਰਨਾ ਸੀ, ਜਿਵੇਂ ਕਿ ਅੱਜ ਦੇ ਵਿੱਚ ਬਹੁਤੇ ਤੋਂ ਜ਼ਿਆਦਿਆਂ ਨੂੰ ਇੰਝ ਹੀ ਲੱਗਦਾ ਹੈ। ਮੈਂ ਵੀ ਸੋਚਦਾ ਹੁੰਦਾ ਸੀ ਕਿ ਪੜ੍ਹਨਾ ਵੀ ਇੱਕ ਨਿਸ਼ਚਿਤ ਉਮਰ ਹੁੰਦੀ ਹੈ। साहित्य या लिटरेचर किसी शय का नाम है जो हमको ना तो पता था भाई। ਸਾਹਿਤ ਪੜ੍ਹਨ ਵਾਲੇ ਬਾਰੇ ਨਾ ਕਦੇ ਕਿਸੇ ਨੇ ਦੱਸਿਆ ਸੀ ਤੇ ਨਾ ਹੀ ਮੈਂ ਕਦੇ ਸੋਚਿਆ ਸੀ। ਹੁਣ ਅੱਜ ਦੇ ਵਕਤ ਵਿੱਚ ਮੈਂ ਕਿਤਾਬ ਬਿਨਾਂ ਰਹਿ ਨਹੀਂ ਸਕਦਾ। ਮੈਨੂੰ ਨਿੱਤ ਨਵੀਂ ਕਿਤਾਬ ਚਾਹੀਦੀ ਹੈ, ਪੜ੍ਹਨ ਲਈ ਵਕਤ ਚਾਹੀਦਾ ਹੈ। ਇਹ ਇੱਕ ਪੁਰਾਣਾ, ਪ੍ਰਚਲਿਤ ਤੇ ਆਲਸੀ ਲੋਕਾਂ ਦਾ ਬਹਾਨਾ ਹੈ। ਮੈਂ ਟੀਵੀ ਵੀ ਦੇਖਦਾ ਹਾਂ, ਸਿਨੇਮੇ ਵੀ ਜਾਂਦਾ ਹਾਂ, ਲਿਖਦਾ ਵੀ ਹਾਂ, ਆਪਣੇ ਕੰਮ ਵੀ ਕਰਦਾ ਹਾਂ, ਬੱਚਿਆਂ ਨਾਲ ਵੀ ਖੇਡਦਾ ਹਾਂ, ਮਸਤੀ ਵਿੱਚ ਵੀ ਰਹਿੰਦਾ ਹਾਂ। ਸ਼ੂਟਿੰਗ, ਲਿਖਣਾ, ਲੈਕਚਰ, ਸੋਹਣਾ ਸਭ ਚੱਲਦਾ ਹੈ। ਫਿਰ ਵੀ ਵਕਤ ਬਚ ਜਾਂਦਾ ਹੈ। ਬਚੇ ਵਕਤ ਵਿੱਚ ਕਿਤਾਬ ਪੜ੍ਹਦਾ ਹਾਂ, ਵਕਤ ਕੱਢ ਕੇ ਵੀ ਪੜ੍ਹਦਾ ਹਾਂ, ਮਿੱਥ ਕੇ ਵੀ ਪੜ੍ਹਦਾ ਹਾਂ। ਅੱਛਾ ਇਹ ਦੱਸੋ ਕਿ ਤੁਸੀਂ ਇਹਨਾਂ ਅਗਲੀਆਂ ਵਿੱਚੋਂ ਗੱਲਾਂ ਕਹਿੰਦੇ ਕਰਦੇ ਹੋ? ਬਸ ਠੀਕ ਹੈ, ਗੁਜ਼ਰੀ ਜਾਂਦੀ ਹੈ, ਆਪਾਂ ਕੀ ਲੈਣਾ ਹੈ, ਇਹ ਸਭ ਤਾਂ ਹੁੰਦਾ ਹੀ ਰਹਿੰਦਾ ਹੈ। ਚੁੱਪ ਹੀ ਭਲੀ ਹੈ, ਰੱਬ ਸਭ ਦੇਖਦਾ ਹੈ। ਮੇਰੀ ਤਾਂ ਕਿਸਮਤ ਹੀ ਖਰਾਬ ਹੈ, ਮੈਨੂੰ ਲੋਕ ਸਮਝਦੇ ਹੀ ਨਹੀਂ। ਇਸ ਦੇਸ਼ ਦਾ ਕੁਝ ਨਹੀਂ ਹੋ ਸਕਦਾ, ਮੇਰੇ ਬਦਲ ਨਾਲ ਕੀ ਹੋ ਜੂ, ਉਹ ਰੱਬ ਕਰੇ ਕੋਈ ਚਮਤਕਾਰ ਹੋ ਜੇ। ਜਵਾਬ ਤਾਂ ਵੈਸੇ ਇਹਨਾਂ ਗੱਲਾਂ ਦਾ ਤੁਹਾਨੂੰ ਖੁਦ ਵੱਲੋਂ ਇਹ ਸਭ ਪੜ੍ਹਦੇ ਹੋਏ ਵੀ ਮਿਲ ਗਿਆ ਹੋਊਗਾ, ਪਰ ਫੇਰ ਵੀ ਸੋਚਿਓ। ਸੋਚ ਬਾਅਦ ਵਿੱਚ ਲੈਣਾ, ਪਹਿਲਾਂ ਆਪਾਂ ਗੱਲਬਾਤ ਕਰ ਲਈਏ। ਹੁਣ ਤੁਸੀਂ ਕਹੋਗੇ ਟਾਈਮ ਨਹੀਂ ਹੈਗਾ, ਛੱਡ ਪਰਾਂ, ਵੈਸੇ ਕੀ ਜ਼ਰੂਰੀ ਕੰਮ ਹੈ। ਚਲੋ ਜੇ ਤੁਸੀਂ ਸੱਚੀ ਹੀ ਜ਼ਿਆਦਾ ਬਿਜ਼ੀ ਹੋ ਤਾਂ ਭਾਈ ਇੱਥੇ ਹੀ ਵਰਕਾ ਮੋੜ ਕੇ ਰੱਖ ਦਿਓ। ਜਦੋਂ ਵੀ ਵਿਹਲੇ ਹੋਏ, 1 ਮਿੰਟ ਬਾਅਦ, 1 ਘੰਟੇ ਬਾਅਦ, 1 ਦਿਨ ਬਾਅਦ, 1 ਮਹੀਨੇ ਬਾਅਦ, 1 ਸਾਲ ਬਾਅਦ, ਜਦ ਵੀ ਵਿਹਲ ਮਿਲੀ ਫੇਰ ਸ਼ੁਰੂ ਕਰ ਲਿਓ। ਮੈਂ ਇੱਥੇ ਹੀ ਮਿਲੂੰਗਾ, ਕਿਉਂਕਿ ਹੁਣ ਮੈਂ ਗੱਲਬਾਤ ਲੈ ਕੇ ਵਰਕਿਆਂ ਵਿੱਚ ਹਾਂ, ਸਰੀਰਕ ਰੂਪ ਵਿੱਚ ਨਹੀਂ। ਸਰੀਰਕ ਰੂਪ ਹੁਣ ਸ਼ਬਦਾਂ ਦਾ ਹੈ ਅਤੇ ਸ਼ਬਦ ਕਦੇ ਮਰਦੇ ਨਹੀਂ। ਇਹ ਤਾਂ ਸ਼ਬਦਾਂ ਦੀ ਮੌਜ ਹੈ। ਸ਼ਬਦ ਤਾਂ ਕੋਰੇ ਵਰਕਿਆਂ ਦਾ ਰੂਪ ਬਦਲ ਦਿੰਦੇ ਹਨ। ਕੋਰੇ ਵਰਕਿਆਂ ਨੂੰ ਬਦਲਣ ਵਾਲੇ ਸ਼ਬਦ ਮਨੁੱਖ ਵਿੱਚ ਪਰਿਵਰਤਨ ਕਿਉਂ ਨਹੀਂ ਲੈ ਕੇ ਆ ਸਕਦੇ? ਕੋਰੇ ਵਰਕੇ ਉੱਤੇ ਸ਼ਬਦ ਨਾਲ ਰੌਣਕ ਲੱਗਦੀ ਹੈ। ਸੋਚ ਅਤੇ ਸ਼ਬਦ ਦੀ ਵਰਤੋਂ ਹੀ ਖਾਲੀ ਵਰਕਿਆਂ ਦਾ ਕਿਰਦਾਰ ਘੜਦੀ ਹੈ। ਭਗਵਾਨ, ਅੱਲਾ, ਗੋਡ, ਵਾਹਿਗੁਰੂ ਜਿਨ੍ਹਾਂ ਵਰਕਿਆਂ 'ਤੇ ਲਿਖਿਆ ਹੋਵੇ ਉਹ ਸਿਰਫ ਵਰਕੇ ਨਹੀਂ ਰਹਿੰਦੇ। ਪਿਆਰ ਲਿਖਣ ਨਾਲ ਵਰਕਾ ਸੁਨੱਖਾ ਲੱਗਦਾ ਹੈ। ਗਾਲ ਲਿਖਣ ਵਾਲਾ ਵਰਕਾ ਬਦਤਮੀਜ਼ ਅਤੇ ਬੇਅਕਲ ਹੋ ਜਾਂਦਾ ਹੈ। ਮੱਤ ਦਿੰਦੇ ਹਾਂ, ਰਾਹ ਦਿਖਾਉਂਦੇ ਹਾਂ, ਵਰਕੇ ਦੂਜਿਆਂ ਨਾਲ ਸਾਂਝੇ ਕੀਤੇ ਜਾਂਦੇ ਹਨ ਅਤੇ ਸਾਂਭੇ ਜਾਂਦੇ ਹਨ। ਅਸ਼ਲੀਲ ਸ਼ਬਦਾਂ ਵਾਲੇ ਵਰਕੇ ਚੋਰੀ ਪੜ੍ਹੇ ਜਾਂਦੇ ਹਨ ਅਤੇ ਲੁਕੋ ਕੇ ਰੱਖੇ ਜਾਂਦੇ ਹਨ। ਸ਼ਬਦ ਹੀ ਮਨੁੱਖ ਅਤੇ ਵਰਕਿਆਂ ਦਾ ਕਿਰਦਾਰ ਘੜਦੇ ਹਨ।
ਜਿਸ ਵਕਤ ਤੁਹਾਨੂੰ ਵਕਤ ਮਿਲਿਆ ਮੇਰੇ ਸ਼ਬਦ ਪੜ੍ਹ ਲਿਓ। ਸ਼ਾਇਦ ਪੜ੍ਹ ਕੇ ਪਰਹੇਜ਼ ਕਰ ਲਵੋ ਕੁਝ ਗੱਲਾਂ ਤੋਂ ਅਤੇ ਕੁਝ ਕੁ ਦੀ ਆਦਤ ਪਾ ਲਵੋ। ਸੋਹਣਾ ਵਕਤ ਸਿਰਜ ਲਵੋ, ਪਰ ਕਦੋਂ? ਠਹਿਰ ਕੇ। ਕੀ ਤੁਹਾਨੂੰ ਆਉਣ ਵਾਲੇ ਵਕਤ ਬਾਰੇ ਪਤਾ ਹੈ? ਕੀ ਤੁਸੀਂ ਪੜ੍ਹੇ ਬਿਨਾਂ ਤਾਂ ਹੀ ਨਹੀਂ ਤੁਰ ਜਾਵੋਗੇ ਜਹਾਨ ਤੋਂ? ਸਿੱਧੀ ਵੱਜੀ ਨਾ ਦਿਮਾਗ ਵਿੱਚ ਮੇਰੀ ਆਹ ਗੱਲ। ਬੁਰਾ ਲੱਗਿਆ? ਅਟਪਟੀ ਲੱਗੀ? ਬਦਤਮੀਜ਼ ਕੀਤੀ ਨਾ ਮੈਂ? ਸੌਰੀ, ਮਾਫ਼ ਕਰ ਦੇਣਾ। ਮੈਂ ਤਾਂ ਆਪ ਤੁਹਾਡੀ ਤੰਦਰੁਸਤੀ ਅਤੇ ਲੰਮੀ ਉਮਰ ਚਾਹੁੰਦਾ ਹਾਂ। ਮੈਂ ਸੱਚੀ ਹੀ ਚਾਹੁੰਦਾ ਹਾਂ ਕਿ ਤੁਹਾਡਾ ਵਕਤ ਬਰਬਾਦ ਨਾ ਹੋਵੇ। ਤਾਂ ਹੀ ਤੁਹਾਡੇ ਨਾਲ ਗੱਲਾਂ ਕਰਨ ਦਾ ਵਕਤ ਕੱਢਿਆ ਹੈ ਕਿ ਸਾਡੇ ਦੇ ਵਕਤ ਨਾ ਪਵੇ। ਦਰਅਸਲ ਗੱਲ ਇਹ ਹੈ, ਮੈਂ ਕਹਿਣਾ ਚਾਹੁੰਦਾ ਹਾਂ ਕਿ ਸਭ ਦੇ ਅੰਦਰ ਇਹ ਮਿੱਠੀ ਮਿੱਠੀ ਆਵਾਜ਼ ਸੁਣਨ ਨੂੰ ਮਿਲੇ ਤਾਂ ਕਿ ਹੋ ਗਿਆ ਹੈ ਪਰਿਵਰਤਨ ਅਤੇ ਹੁਣ ਹੈ ਜ਼ਿੰਦਗੀ ਜ਼ਿੰਦਾਬਾਦ। ਬੇਬੇ ਬਾਬੇ ਵਿੱਚੋਂ, ਪੋਤੀ ਪੋਤੇ ਵਿੱਚੋਂ, ਪਤੀ ਪਤਨੀ ਵਿੱਚੋਂ ਵੀ, ਧੀ ਪੁੱਤ ਵਿੱਚੋਂ ਵੀ, ਮਿੱਤਰ ਸਹੇਲੀ ਵਿੱਚੋਂ ਸੁਣੋ ਇਹ ਆਵਾਜ਼। ਇਹਦੇ ਲਈ ਕਿਸੇ ਕ੍ਰਿਸ਼ਮੇ ਦੀ ਲੋੜ ਨਹੀਂ। ਇਹ ਕ੍ਰਿਸ਼ਮਾ ਆਪਾਂ ਆਪ ਹੀ ਕਰ ਸਕਦੇ ਹਾਂ। ਮੈਂ ਤੁਹਾਨੂੰ ਕਿਤਾਬਾਂ ਦੇ ਅਤੇ ਜ਼ਿੰਦਗੀ ਨਾਲ ਜੋੜਨਾ ਚਾਹੁੰਦਾ ਹਾਂ, ਕਿਸੇ ਸਿਆਸੀ ਪਾਰਟੀ ਜਾਂ ਮੈਂਬਰ ਬਣਾਉਣ ਵਾਲੀ ਕੰਪਨੀ ਨਾਲ ਨਹੀਂ। ਮੈਂ ਚਾਹੁੰਦਾ ਹਾਂ ਤੁਸੀਂ ਨਿੱਤ ਕ੍ਰਿਸ਼ਮੇ ਕਰੋ। ਕਦੇ ਦੋਸਤੀ ਦਾ ਕ੍ਰਿਸ਼ਮਾ ਕਰੋ, ਕਦੇ ਮਦਦ ਦਾ, ਕਦੇ ਤੁਸੀਂ ਕ੍ਰਿਸ਼ਮਾ ਕਰੋ ਕਿਸੇ ਨੂੰ ਭਟਕੇ ਨੂੰ ਰਾਹ ਦਿਖਾ ਕੇ, ਅਤੇ ਕਦੇ ਕ੍ਰਿਸ਼ਮਾ ਕਰੋ ਭਟਕ ਰਹੇ ਰਾਹ ਨੂੰ ਰੋਕ ਕੇ। ਤੁਸੀਂ ਹਰ ਪਲ ਦਾ ਆਨੰਦ ਮਾਣਨਾ ਸਿੱਖ ਕੇ ਚਿੰਤਾ ਨੂੰ ਭਜਾਉਣ ਦਾ ਕ੍ਰਿਸ਼ਮਾ ਆਰਾਮ ਨਾਲ ਕਰ ਸਕਦੇ ਹੋ। ਹੁਣ ਹਰ ਕ੍ਰਿਸ਼ਮੇ ਲਈ ਜਾਂ ਕੰਮ ਲਈ ਰੱਬ ਨੂੰ ਵਿੱਚ ਨਹੀਂ ਪਾਇਆ ਜਾ ਸਕਦਾ। ਰੱਬ ਜੀ ਨੂੰ ਹੋਰ ਵੀ ਬਥੇਰੇ ਕੰਮ ਨੇ। ਹੁਣ ਤੁਸੀਂ ਕਹੋਗੇ ਚੱਲ ਚੱਲ ਵੱਡਾ ਸਿਆਣਾ, ਸਭ ਕਰਨ ਵਾਲਾ ਰੱਬ ਹੈ। ਰੱਬ ਪਿਓ ਹੈ ਸਾਡਾ, ਰੱਬ ਮਾਂ ਹੈ ਸਾਡੀ, ਅਤੇ ਰੱਬ ਇੱਕ ਹੈ। ਓਹੋ, ਮੈਂ ਕਦ ਕਿਹਾ ਕਿ ਨਹੀਂ, ਰੱਬ ਇੱਕ ਹੈ। ਮੰਨਦੇ ਹੋ ਕਿ ਇੱਕ ਹੀ ਹੈ? ਜਿਹੜੇ ਨਹੀਂ ਮੰਨਦੇ ਰੱਬ ਦੇ ਹੋਣ ਜਾਂ ਇੱਕ ਹੋਣ ਨੂੰ, ਉਹ ਵੀ ਧਿਆਨ ਦੇਣ। ਪਰ ਹੁਣ ਜਿਹੜੇ ਰੱਬ ਦੇ ਅਰਬਾਂ ਖਰਬਾਂ ਨੂੰ ਜਰਬਾਂ ਦੇ ਕੇ ਨਿਆਣੇ ਹੋਣ ਤੇ ਆਪਣੀ ਗੱਲ ਉਹਦੇ 'ਤੇ ਸਿੱਟ ਦੇਣ, ਫੇਰ ਤਾਂ ਗਲਤ ਗੱਲ ਹੈ ਨਾ। ਹੁਣ ਆਪਣਾ ਵੀ ਕੋਈ ਫਰਜ਼ ਬਣਦਾ ਹੈ ਕਿ ਅਸੀਂ ਕੁਝ ਵੀ ਕਰੀਏ, ਸਾਡਾ ਕੰਮ ਸਿਰਫ ਰੱਬ ਉੱਤੇ ਟੇਕ ਰੱਖਣਾ ਜਾਂ ਮੱਥਾ ਟੇਕਣਾ ਹੀ ਨਹੀਂ ਹੈ। ਅਸੀਂ ਹਰ ਕੰਮ ਲਈ ਮਾਂ ਬਾਪ ਬਰਾਬਰ ਹੈ, ਰੱਬ ਵੱਲ ਝਾਕ ਨਹੀਂ ਸਕਦੇ। ਮਾਂ ਬਾਪ ਬਰਾਬਰ ਹੈ ਰੱਬ ਬਰਾਬਰ ਹੈ ਮਾਈ ਬਾਪ। ਇਹੀ ਕਹਿੰਦੇ ਨੇ ਸਿਆਣੇ ਅਤੇ ਨਿਆਣੇ। ਅਤੇ ਅਸੀਂ ਰੱਬ ਨੂੰ ਆਪਣਾ ਪਾਲਣਹਾਰ, ਵਕੀਲ ਅਤੇ ਡਾਕਟਰ ਵੀ ਮੰਨਦੇ ਹਾਂ। ਮਤਲਬ ਰੱਬ ਜੀ ਸਾਡਾ ਪੇਟ ਭਰਨਗੇ, ਰੱਬ ਜੀ ਸਾਨੂੰ ਇਨਸਾਫ ਦਿਵਾਉਣਗੇ, ਉਹੀ ਸਾਨੂੰ ਤੰਦਰੁਸਤ ਰੱਖਣਗੇ। ਅੱਛਾ, ਇਹ ਦੱਸੋ ਕਿ ਅਸੀਂ ਆਪਣੇ ਜਨਮ ਦੇਣ ਵਾਲੀ ਮਾਂ ਬਾਪ ਤੋਂ ਵੀ ਇਹੀ ਅਤੇ ਇਸੇ ਤਰ੍ਹਾਂ ਦੀ ਉਮੀਦ ਰੱਖਦੇ ਹਾਂ ਕਿ ਸਾਡੇ ਸਿਰਜਣਹਾਰ ਹੀ ਸਭ ਕੁਝ ਕਰਨਗੇ? ਕੀ ਸਾਡੇ ਸਾਰੇ ਕੰਮਾਂ ਦਾ ਜ਼ਿੰਮਾ ਸਾਡੇ ਮਾਂ ਬਾਪ ਦਾ ਹੈ? ਕੀ ਸਾਡੇ ਸਭ ਚੰਗੇ ਮਾੜਿਆਂ ਦੇ ਜ਼ਿੰਮੇਵਾਰ ਸਾਡੇ ਮਾਂ ਬਾਪ ਹਨ? ਕੀ ਸਾਡੇ ਮਾਂ ਬਾਪ ਹੀ ਲਾਉਣਗੇ ਸਾਡੀ ਬੇੜੀ ਪਾਰ? ਜੇ ਜਵਾਬ ਹਾਂ ਹੈ ਤਾਂ ਅਸੀਂ ਕੀ ਕਰਾਂਗੇ? ਜੇ ਜਵਾਬ ਨਾ ਹੈ ਤਾਂ ਫਿਰ ਕੌਣ ਕਰੇਗਾ? ਕਰਨਾ ਤਾਂ ਸਾਨੂੰ ਖੁਦ ਨੂੰ ਹੀ ਪੈਣਾ ਹੈ। ਆਪਣੇ ਸਿਰ ਆਪ ਹੀ ਗੁੰਦਣਾ ਪੈਂਦਾ ਹੈ। ਰੂਸ ਦੀ ਇੱਕ ਮਸ਼ਹੂਰ ਕਿਤਾਬ ਹੈ ਕਿ ਜੋ ਪੰਜਾਬੀ ਵਿੱਚ ਬਹੁਤ ਪੜ੍ਹੀ ਗਈ ਹੈ, ਰਸੂਲ ਹਮਤਾਤੋਜ ਦੀ ਮੇਰਾ ਦਾਗਿਸਤਾਨ। ਉਸ ਵਿੱਚ ਲਿਖਿਆ ਹੈ, ਮੇਰੀ ਪਿੱਠ ਉੱਤੇ ਖੁਰਕ ਹੁੰਦੀ ਹੋਵੇ ਤਾਂ ਮੇਰੇ ਤੋਂ ਵੱਧ ਕੋਈ ਚੰਗਾ ਕੋਈ ਨਹੀਂ ਖੁਰਕ ਸਕਦਾ। ਕਦੇ ਮੌਕਾ ਮਿਲਿਆ ਤਾਂ ਪੜ੍ਹਿਓ ਇਹ ਕਿਤਾਬ। ਦੁਨੀਆ ਦੇ ਨੇੜੇ ਕਰ ਦਿੰਦੀ ਹੈ ਇਹ ਕਿਤਾਬ। ਕਿਤਾਬਾਂ ਦਾ ਕੰਮ ਹੀ ਦੁਨੀਆ ਨਾਲ ਜੋੜਨਾ ਹੁੰਦਾ ਹੈ। ਰੱਬ ਦੇ ਨਾਂ 'ਤੇ ਦੁਨੀਆ ਨੂੰ ਇੱਕ ਕਰਨ ਦਾ ਕੰਮ ਹੋਣਾ ਚਾਹੀਦਾ ਹੈ। ਦਰਅਸਲ ਅਸੀਂ ਰੱਬ ਨੂੰ ਮੰਨਦੇ ਹਾਂ ਪਰ ਰੱਬ ਦੀ ਨਹੀਂ ਮੰਨਦੇ। ਅਸੀਂ ਧਰਮ ਨੂੰ ਮੰਨਦੇ ਹਾਂ ਪਰ ਧਰਮ ਦੀ ਨਹੀਂ ਮੰਨਦੇ। ਅਸੀਂ ਮਹਾਨ ਬੰਦਿਆਂ ਨੂੰ ਪੂਜਦੇ ਹਾਂ, ਉਹਨਾਂ ਦੀ ਨਹੀਂ ਮੰਨਦੇ। ਅਸੀਂ ਉਹ ਵਿਦਿਆਰਥੀ ਹਾਂ ਜੋ ਸਕੂਲ ਤਾਂ ਨਿਤਨੇਮ ਨਾਲ ਜਾਂਦੇ ਹਨ, ਪੜ੍ਹਦੇ ਸੁਣਦੇ ਵੀ ਹਨ, ਪਰ ਸਿੱਖਦੇ ਨਹੀਂ। ਅਸੀਂ ਬਿਨਾਂ ਕੁਝ ਸਿੱਖੇ ਅਤੇ ਅਮਲ ਕੀਤੇ ਇਹ ਲਿਖ ਕੇ ਪਾਸ ਹੋਣਾ ਚਾਹੁੰਦੇ ਹਾਂ ਕਿ ਸਿਰਫ ਇੰਨਾ ਲਿਖਣ ਨਾਲ ਨਲਾਇਕ ਵਿਦਿਆਰਥੀ ਪਾਸ ਹੋ ਸਕਦਾ ਹੈ? ਕੀ ਰੱਬ ਇਹ ਬੇਇਨਸਾਫੀ ਕਰੇਗਾ ਕਿ ਹੁਸ਼ਿਆਰ ਦੇ ਨਾਲ ਨਲਾਇਕ ਨੂੰ ਵੀ ਪਾਸ ਕਰੇਗਾ? ਕੀ ਕੋਈ ਅਧਿਆਪਕ ਇਹ ਬੇਇਨਸਾਫੀ ਕਰੇਗਾ? ਜੇ ਕਰੇਗਾ ਤਾਂ ਕੀ ਉਹ ਅਧਿਆਪਕ ਹੈ? ਕੀ ਨਲਾਇਕ ਵਿਦਿਆਰਥੀ ਨਾਲ ਹੋਣਾ ਚੰਗਾ ਹੈ? ਅਸੀਂ ਜ਼ਿੰਦਗੀ ਦੀ ਪਾਠਸ਼ਾਲਾ ਦੇ ਵਿਦਿਆਰਥੀ ਹਾਂ। ਸਾਡੇ ਜਨਮ ਨਾਲ ਹੀ ਸਾਡੀ ਇੱਥੇ ਐਡਮਿਸ਼ਨ ਹੋ ਜਾਂਦੀ ਹੈ ਅਤੇ ਮੌਤ ਨਾਲ ਨਾਮ ਕੱਟਿਆ ਜਾਂਦਾ ਹੈ ਜਾਂ ਡਿਗਰੀ ਕੰਪਲੀਟ ਹੋ ਜਾਂਦੀ ਹੈ। ਪਰ ਕਿੰਨੇ ਕੁ ਵਿਦਿਆਰਥੀ ਨੇ ਜੋ ਇਮਾਨਦਾਰੀ ਨਾਲ, ਮਸਤ ਹੋ ਕੇ, ਮਿਹਨਤ ਲਗਨ ਨਾਲ, ਜਿੰਦਾ ਦਿਲੀ ਨਾਲ ਜ਼ਿੰਦਗੀ ਦੀ ਪਾਠਸ਼ਾਲਾ ਵਿੱਚ ਪੜ੍ਹਦੇ ਹਨ? ਕਿੰਨੇ ਕੁ ਉਹ ਹਨ ਜਿਹੜੇ ਕਿਤਾਬਾਂ ਨਾਲ ਜੁੜਦੇ ਹਨ? ਕਿਤਾਬਾਂ ਜਿਹੜੀਆਂ ਕਿ ਇਕੱਲਤਾ ਨੂੰ ਦੂਰ ਕਰਦੀਆਂ ਹਨ। ਕਿਤਾਬਾਂ ਕਿਸੇ ਕੌਮ ਅਤੇ ਮੁਲਕ ਦਾ ਵਰਤਮਾਨ ਸੁਧਾਰ ਕੇ ਭਵਿੱਖ ਨਿਰਧਾਰਤ ਕਰਦੀਆਂ ਹਨ।
ਕਿਤਾਬਾਂ ਕੀ ਹੋਇਆ, ਕਿਉਂ ਹੋਇਆ, ਕਦ ਹੋਇਆ, ਕੀ ਹੋ ਰਿਹਾ ਹੈ, ਕੀ ਹੋ ਸਕਦਾ ਹੈ ਤੇ ਕੀ ਹੋਵੇਗਾ, ਇਸ ਬਾਰੇ ਗਿਆਨ ਦਿੰਦੀਆਂ ਹਨ। ਕਿਤਾਬਾਂ ਇਕੱਲੇ ਮਨੁੱਖ ਨੂੰ ਮੁਸਕਰਾਉਣ ਲਾ ਦਿੰਦੀਆਂ ਹਨ। ਕਿਤਾਬਾਂ ਚਿਰਾਂ ਦੇ ਡੱਕੇ ਹੰਝੂਆਂ ਨੂੰ ਵਗਣ ਲਾ ਦਿੰਦੀਆਂ ਹਨ। ਕਿਤਾਬਾਂ ਅਣਦੇਖੇ ਲੋਕਾਂ ਨਾਲ ਮਿਲ ਕੇ ਅਣਦਿਸਮੀਆਂ ਥਾਵਾਂ 'ਤੇ ਪਹੁੰਚਾ ਦਿੰਦੀਆਂ ਹਨ। ਕਿਤਾਬਾਂ ਸਾਰੇ ਜੀਵਨ ਨੂੰ ਪਾਠਸ਼ਾਲਾ ਬਣਾ ਦਿੰਦੀਆਂ ਹਨ। ਕਿਤਾਬਾਂ ਖੁਸ਼ੀ ਨੂੰ ਵੰਡਣਾ ਅਤੇ ਦੁੱਖ ਨੂੰ ਝੱਲਣਾ ਸਿਖਾਉਂਦੀਆਂ ਹਨ। ਚੰਗੀਆਂ ਕਿਤਾਬਾਂ ਉੱਤੇ ਲਾਏ ਪੈਸੇ ਕਦੇ ਵੀ ਵਿਅਰਥ ਨਹੀਂ ਜਾਂਦੇ। ਪੰਜਾਬ ਦਾ ਇੱਕ ਬਹੁਤ ਹੀ ਸੁਚੱਜਾ ਕਲਾਕਾਰ ਅਤੇ ਕਵੀ ਸਵਰਨਜੀਤ ਸਵੀ, ਉਸ ਦੀ ਇੱਕ ਕਵਿਤਾ ਪੜ੍ਹੋ ਤੇ ਕਿਤਾਬ ਜਾਗਦੀ ਹੈ। ਖਰੀਦੋ, ਰੱਖੋ, ਪੜ੍ਹੋ ਨਾ ਪੜ੍ਹੋ, ਘਰ ਦੇ ਰੈਕ 'ਚ ਰੱਖੋ। ਰੱਖੋ ਤੇ ਭੁੱਲ ਜਾਓ। ਜੇ ਤੁਸੀਂ ਪੜ੍ਹ ਨਹੀਂ ਸਕਦੇ, ਯਾਦ ਰੱਖ ਨਹੀਂ ਸਕਦੇ, ਸੌਣ ਦਿਓ ਕਿਤਾਬ ਨੂੰ। ਮਹੀਨੇ, ਸਾਲ, ਪੀੜ੍ਹੀ ਦਰ ਪੀੜ੍ਹੀ ਉਡੀਕ ਕਰੋ। ਜਾਗੇਗੀ ਕਿਤਾਬ ਕਿਸੇ ਦਿਨ, ਕਿਸੇ ਪਲ। ਪੜ੍ਹੇਗਾ ਕੋਈ ਜਿਸਨੇ ਨਹੀਂ ਖਰੀਦਣੀ ਸੀ ਇਹ ਕਿਤਾਬ। ਸੂਟ ਬੂਟ, ਪਰਫਿਊਮ, ਖਿਡੌਣੇ, ਟੈਡੀ, ਚਾਕਲੇਟ, ਵਕਤ ਟਪਾਉਣ ਵਾਲੇ ਤੇ ਮਨ ਪਰਚਾਉਣ ਵਾਲੇ ਚੰਗੇ ਤੋਹਫੇ ਜਾਂ ਖਰੀਦਦਾਰੀਆਂ ਹਨ, ਪਰ ਜ਼ਿੰਦਗੀ ਬਣਾਉਣ ਵਾਲੀਆਂ ਅਤੇ ਰਾਹ ਲਿਸ਼ਕਾਉਣ ਵਾਲੀਆਂ ਕਿਤਾਬਾਂ ਹੀ ਹੁੰਦੀਆਂ ਹਨ। ਜ਼ਿੰਦਗੀ ਦੀ ਪਾਠਸ਼ਾਲਾ ਵਿੱਚ ਕਿਤਾਬਾਂ ਹੀ ਉਸਤਾਦ ਬਣਦੀਆਂ ਹਨ। ਕਿਤਾਬਾਂ ਨਾਲ ਦਿਮਾਗ ਰੌਸ਼ਨ ਹੋ ਜਾਂਦੇ ਹਨ ਅਤੇ ਘਰ ਮੁਸਕਰਾਉਣ ਲੱਗ ਜਾਂਦੇ ਹਨ। ਸਾਰੀ ਉਮਰ ਦਿਮਾਗ ਰੌਸ਼ਨ ਰੱਖਣ ਲਈ ਅਤੇ ਮੁਸਕਰਾਉਣ ਲਈ ਹਰ ਇੱਕ ਮਨੁੱਖ ਦੀ ਕਿਤਾਬਾਂ ਨਾਲ ਦੋਸਤੀ ਹੋਣੀ ਜ਼ਰੂਰੀ ਹੈ। ਕਿਤਾਬਾਂ ਦੀ ਪਾਠਸ਼ਾਲਾ ਨੂੰ ਸਕੂਲ ਦੇ ਬਰਾਬਰ ਰੱਖ ਕੇ ਸਮਝੋ, ਸਰਲ ਹੀ ਹੋ ਜਾਵੇਗਾ ਸਮਝਣਾ। ਮੰਨ ਲਵੋ ਅਸੀਂ ਵਿਦਿਆਰਥੀ ਹਾਂ ਅਤੇ ਜ਼ਿੰਦਗੀ ਪਾਠਸ਼ਾਲਾ। ਪਹਿਚਾਣ ਕਰੋ ਕਿ ਉਹ ਕਿਹੜੇ ਵਿਦਿਆਰਥੀ ਹਨ ਜੋ ਜ਼ਿੰਦਗੀ ਦੀ ਪਾਠਸ਼ਾਲਾ ਵਿੱਚ ਘੱਟ ਪੜ੍ਹਦੇ ਹੋਏ ਵੱਧ ਕਰਤੂਤਾਂ ਕਰਦੇ ਹਨ। ਕੀ ਉਹ ਵਿਦਿਆਰਥੀ ਸਹੀ ਹਨ ਜੋ ਹੋਰ ਵਿਦਿਆਰਥੀਆਂ ਨੂੰ ਆਪਸ ਵਿੱਚ ਲੜਾਉਂਦੇ ਹਨ? ਕੀ ਕੋਈ ਵਿਦਿਆਰਥੀ ਬਿਨਾਂ ਪੜ੍ਹੇ ਪਾਸ ਹੋ ਸਕਦਾ ਹੈ? ਕੀ ਕੋਈ ਵਿਦਿਆਰਥੀ ਨੂੰ ਧਰਮ ਦੇ ਨਾਂ ਉੱਤੇ ਲੜਨਾ ਚਾਹੀਦਾ ਹੈ? ਵਿਦਿਆਰਥੀ ਨੂੰ ਪਹਿਲਾਂ ਸ਼ਰਾਬ ਦੇ ਠੇਕੇ ਦਾ ਪਤਾ ਹੋਣਾ ਚਾਹੀਦਾ ਹੈ ਜਾਂ ਕਿਤਾਬ ਘਰ ਦਾ? ਵਿਦਿਆਰਥੀ ਦਾ ਪਹਿਲਾ ਬਜਟ ਕਿਤਾਬਾਂ ਲਈ ਹੋਣਾ ਚਾਹੀਦਾ ਹੈ ਜਾਂ ਹੋਰ ਆਯਾਸ਼ੀਆਂ ਲਈ? ਵਿਦਿਆਰਥੀ ਨੂੰ ਪਹਿਲਾਂ ਮਾਤ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ ਜਾਂ ਵਿਗਿਆਨੀ ਦਾ? ਇੱਕ ਵਿਦਿਆਰਥੀ ਕਹਿੰਦਾ ਹੈ ਕਿ ਮੈਂ ਮਾਤ ਭਾਸ਼ਾ ਦਾ ਸਤਿਕਾਰ ਕਰਦਾ ਹਾਂ ਪਰ ਮਾਤ ਭਾਸ਼ਾ ਦੀਆਂ ਕਿਤਾਬਾਂ ਨਹੀਂ ਪੜ੍ਹਦਾ। ਕੀ ਇਹ ਵਿਦਿਆਰਥੀ ਸਤਿਕਾਰ ਕਰਦਾ ਹੈ? ਇਹ ਤਾਂ ਉਹੀ ਗੱਲ ਹੋਈ ਕਿ ਮੈਂ ਮਾਂ ਨੂੰ ਬਾਪ ਦਾ ਸਤਿਕਾਰ ਤਾਂ ਕਰਦਾ ਹਾਂ ਪਰ ਉਹਨਾਂ ਦੇ ਘਰ ਜਾਣਾ ਪਸੰਦ ਨਹੀਂ ਕਰਦਾ। ਇਹ ਵਿਦਿਆਰਥੀ ਤਾਂ ਫੇਰ ਨਾਲਾਇਕ ਹੈ। ਉਹ ਵਿਦਿਆਰਥੀ ਅਸੀਂ ਤੁਸੀਂ ਤਾਂ ਹਾਂ ਕਿ ਕੋਈ ਹੋਰ ਨਹੀਂ। ਸਵਾਲ ਹੋਰ ਵੀ ਬਹੁਤ ਹੋ ਸਕਦੇ ਨੇ, ਪਰ ਕਹਿਣਾ ਇਹ ਹੈ ਕਿ ਜੇ ਅਸੀਂ ਸਕੂਲ ਦੇ ਸੋਹਣੇ ਅਸੂਲ ਜ਼ਿੰਦਗੀ ਵਿੱਚ ਅਪਣਾ ਲਈਏ ਤਾਂ ਬਹੁਤ ਕੁਝ ਚੰਗਾ ਵਾਪਰਨਾ ਸ਼ੁਰੂ ਹੋ ਜਾਵੇਗਾ। ਦੋਸਤੀਆਂ ਵੱਧ ਸਕਦੀਆਂ ਹਨ, ਚਿੰਤਾਵਾਂ ਘਟ ਸਕਦੀਆਂ ਹਨ, ਹਿਊਮੇ ਮਰ ਸਕਦੀ ਹੈ, ਉਮੀਦ ਜਾਗ ਸਕਦੀ ਹੈ, ਈਰਖਾ ਨੇੜੇ ਨਹੀਂ ਆ ਸਕਦੀ, ਲਾਲਚ ਨੇੜੇ ਨਹੀਂ ਆਉਣਾ। ਜ਼ਿੰਦਗੀ ਦੀ ਕੀਮਤ ਦਾ ਪਤਾ ਲੱਗ ਜੂ, ਧਰਮ ਦੇ ਸੁਨੇਹੇ ਸਮਝ ਆ ਜਾਣਗੇ, ਰੱਬ ਦੀ ਰਮਜ਼ ਸਮਝ ਆ ਜਾਵੇਗੀ, ਫੇਰ ਜ਼ਿੰਦਗੀ ਜ਼ਿੰਦਾਬਾਦ। ਪਰ ਜੇ ਅਸੀਂ ਚੰਗੇ ਵਿਦਿਆਰਥੀ ਬਣ ਜਾਈਏ ਜ਼ਿੰਦਗੀ ਦੀ ਪਾਠਸ਼ਾਲਾ ਵਿੱਚ, ਜੇ ਸਾਡੇ ਦੇਸ਼ ਦਾ ਸਿਸਟਮ ਠੀਕ ਹੋ ਜਾਏ, ਜੇ ਗੰਦਗੀ ਨਾ ਹੋਵੇ, ਜੇ ਨੌਜਵਾਨ ਸੁਧਰ ਜਾਣ, ਜੇ ਰਿਸ਼ਵਤ ਤੋਂ ਬਿਨਾਂ ਕੰਮ ਹੋ ਜਾਣ, ਜੇ ਐਕਸੀਡੈਂਟ ਨਾ ਹੋਣ, ਜੇ ਜਾਤ ਪਾਤ ਨਾ ਹੋਵੇ, ਜੇ ਸਿੰਗਰ ਮਾੜਾ ਨਾ ਗਾਉਣ, ਜੇ ਲੇਖਕ ਚੰਗਾ ਲਿਖਣ, ਜੇ ਕੁੜੀਆਂ ਸੇਫ ਹੋਣ, ਜੇ ਪੁਲਿਸ ਧੱਕਾ ਨਾ ਕਰੇ, ਜੇ ਲੀਡਰ ਕਰਪਟ ਨਾ ਹੋਣ, ਜੇ ਫਿਲਮਾਂ ਸੋਹਣੀਆਂ ਸਾਰਥਕ ਬਣ, ਜੇ ਉਹ ਹੋਵੇ ਤੇ ਆ ਹੋਵੇ, ਜੇ ਇਉਂ ਹੋਵੇ, ਜੇ ਇਉਂ ਨਾ ਹੋਵੇ। ਸਿਰਫ ਸੋਚਣ ਨਾਲ ਹੀ ਜੇ ਦਾ ਹੱਲ ਨਹੀਂ ਹੋਣਾ। ਜੇ ਰਾਹੀਂ ਸੋਚ ਤਾਂ ਸੋਹਣੀ ਪੈਦਾ ਹੋ ਸਕਦੀ ਹੈ, ਪਰ ਇਹ ਜੇ ਵਾਲੀ ਸੋਚ ਨੂੰ ਸੰਭਾਲ ਕੇ ਹੱਲ ਨਹੀਂ ਕੀਤਾ ਜਾ ਸਕਦਾ। ਇਹ ਜੇ ਵਾਲੇ ਸਵਾਲ ਅਤੇ ਇੱਛਾਵਾਂ ਨੂੰ ਲਾਗੂ ਕਰਨ ਲਈ, ਸੱਚ ਹੁੰਦਾ ਵੇਖਣ ਲਈ ਤੇ ਮੈਂ ਕੀ ਤੁਸੀਂ ਯਤਨ ਕਰ ਰਹੇ ਹੋ? ਕੀ ਅਸੀਂ ਇਹ ਕਹਿ ਕੇ ਪਾਸਾ ਤਾਂ ਨਹੀਂ ਵੱਟ ਰਹੇ ਕਿ ਮੇਰੇ ਇਕੱਲੇ ਦੇ ਕਰਨ ਨਾਲ ਕੀ ਹੋ ਜਾਵੇਗਾ? ਜੇ ਪਹਿਲੇ ਸਵਾਲ ਦਾ ਜਵਾਬ ਨਾ ਹੈ ਅਤੇ ਦੂਜੇ ਦਾ ਹਾਂ ਹੈ ਤਾਂ ਫਿਰ ਵਿਚਾਰਨ ਦੀ ਲੋੜ ਹੈ। ਸ਼ੀਸ਼ੇ ਅੱਗੇ ਖੜ ਕੇ ਖੁਦ ਨੂੰ ਇਹ ਸਵਾਲ ਪੁੱਛਣੇ ਪੈਣੇ ਹਨ। ਕੀ ਗੱਲ ਜੇ ਵਾਲੇ ਸਵਾਲ ਖੜੇ ਕਰਨ ਦਾ ਹੀ ਚਾਹ ਹੈ? ਆਪ ਨਹੀਂ ਕੁਝ ਕਰਨਾ, ਸਾਰਾ ਕੁਝ ਆਪ ਹੀ ਕਰਨਾ ਪੈਣਾ। ਬੈਠੇ ਬਿਠਾਏ ਸਾਰਾ ਕੁਝ ਬਿਮਾਰ ਅਤੇ ਲਾਚਾਰਾਂ ਨੂੰ ਮਿਲਦਾ ਹੈ। ਕੀ ਤੁਸੀਂ ਬਿਮਾਰ ਹੋ ਅਤੇ ਕੀ ਲਾਚਾਰ ਕਹਾਉਣਾ ਪਸੰਦ ਕਰੋਗੇ? ਬਿਮਾਰੀ ਅਤੇ ਲਾਚਾਰੀ ਨੂੰ ਦੂਰ ਕਰਨ ਵਾਲੇ ਲੋਕਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਜਿਹੜੇ ਆਪਣੀ ਜੇ ਨੂੰ ਹੱਲ ਕਰਨਗੇ ਉਹਨਾਂ ਨੂੰ ਹੁਣ ਸਭ ਸਹੀ ਹੈ,
ਹੁਣ ਸਹੀ ਹੀ ਕਰ ਲੈਣਾ ਹੈ, ਹੁਣ ਕੁਝ ਗਲਤ ਨਹੀਂ ਸਹਿਣਾ ਅਤੇ ਹੁਣ ਕੁਝ ਗਲਤ ਨਹੀਂ ਹੈ ਦੇ ਖੰਭ ਲਾ ਦਿੰਦੇ ਹਨ ਅਤੇ ਉਹ ਵਰਤਮਾਨ ਦੇ ਬਾਦਸ਼ਾਹ ਅਤੇ ਭਵਿੱਖ ਦੇ ਰਹਿਨੁਮਾ ਹੁੰਦੇ ਹਨ। ਜੇਕਰ ਅਤੇ ਕਾਸ਼ ਉਹਨਾਂ ਕੋਲ ਕਦੇ ਨਹੀਂ ਹੁੰਦੀ ਜੋ ਜਿੱਤ ਦਾ ਝੰਡਾ ਲਹਿਰਾਉਂਦੇ ਹਨ। ਸੁਣਿਆ ਅਤੇ ਪੜ੍ਹਿਆ ਤਾਂ ਖੈਰ ਤੁਸੀਂ ਪਹਿਲਾਂ ਵੀ ਹੋ ਕਿ ਵਕਤ ਕੀਮਤੀ ਹੈ, ਲੰਘਿਆ ਵੇਲਾ ਵਾਪਸ ਨਹੀਂ ਆਉਂਦਾ। ਮੈਂ ਵੀ ਕਹਿ ਰਿਹਾ ਹਾਂ ਪਰ ਕਿ ਹਰ ਪਲ ਕੀਮਤੀ ਹੈ, ਸੁਸਤੀ ਨਾ ਪਾਓ। ਆਉਣ ਵਾਲੇ ਵਕਤ ਦਾ ਪਤਾ ਨਹੀਂ ਤੇ ਗਏ ਵਕਤ ਦਾ ਆਉਣਾ ਨਹੀਂ। ਮੈਂ ਵੀ ਕਦੇ ਆਪ ਵਾਂਗ ਸੁਣ ਕੇ ਪੜ੍ਹ ਕੇ ਹੀ ਸਾਰ ਦਿੰਦਾ ਸੀ ਪਰ ਅਮਲ ਨਹੀਂ ਕਰਦਾ ਸੀ। ਬਹੁਤ ਵਕਤ ਗਵਾਇਆ ਹੈ ਪਰ ਹੁਣ ਨਹੀਂ ਗਵਾਉਣਾ। ਵਕਤ ਗਵਾਉਣ ਦੀ ਆਦਤ ਹੀ ਸਾਡੇ ਤੋਂ ਕਹਾਉਂਦੀ ਹੈ ਕਿ ਬਸ ਗੁਜ਼ਰ ਜਾਂਦੀ ਹੈ। ਸਿਰਫ ਗੁਜ਼ਾਰੋ ਨਾ, ਨਾ ਨਾ ਹੰਢਾਓ। ਜ਼ਿੰਦਗੀ ਬਿਤਾਉਣ ਅਤੇ ਗੁਜ਼ਾਰਨ ਲਈ ਨਹੀਂ ਮਿਲੀ, ਇਹ ਹੰਢਾਉਣ ਨੂੰ ਮਿਲੀ ਹੈ। ਉਦਾਸ ਹੋ ਕੇ, ਦੁੱਖ ਤਕਲੀਫ ਤੋਂ ਅੱਕ ਕੇ, ਕੁਝ ਨਾ ਮਿਲਣ ਕਰਕੇ, ਕੁਝ ਦੇਰ ਨਾਲ ਮਿਲਣ ਕਰਕੇ ਹਾਰ ਮੰਨ ਲੈਣਾ ਜਾਂ ਸਿਰਫ ਗੁਜ਼ਰਨ ਜਿਹੀ ਲੱਗ ਜਾਣਾ, ਇਹ ਨਾ ਧਰਮ ਹੈ ਤੇ ਨਾ ਹੀ ਇਹ ਬੰਦਗੀ ਹੈ। ਅਸੀਂ ਜਿਨ੍ਹਾਂ ਅੱਗੇ ਸਿਰ ਝੁਕਾਉਂਦੇ ਹਾਂ, ਜਿਨ੍ਹਾਂ ਦੇ ਨਾਮ ਮਾਣ ਨਾਲ ਲੈਂਦੇ ਹਾਂ, ਜਿਨ੍ਹਾਂ ਦੀਆਂ ਕਹਾਣੀਆਂ ਤੇ ਕਥਾਵਾਂ ਸਾਨੂੰ ਪ੍ਰੇਰਦੀਆਂ ਹਨ, ਉਹਨਾਂ ਦੀ ਜੀਵਨ ਵਿੱਚ ਸਭ ਕੁਝ ਸਹੀ ਮਿਲਿਆ ਸੀ? ਕੀ ਉਹਨਾਂ ਨੇ ਕੋਈ ਤਕਲੀਫ ਜਾਂ ਤੰਗੀ ਨਹੀਂ ਝੱਲੀ? ਕੀ ਮਹਾਂਪੁਰਖਾਂ, ਪੀਰਾਂ, ਗੁਰੂਆਂ, ਪੀਰਾਂ, ਸ਼ਹੀਦਾਂ ਨੇ ਆਪਣੇ ਸੁੱਖ ਚੈਨ ਜਾਂ ਸਕੇ ਸੰਬੰਧੀ ਨਹੀਂ ਗਵਾਏ? ਜੇ ਉਹ ਵੀ ਸਾਡੇ ਵਾਂਗ ਸੋਚਦੇ, ਜੇ ਉਹ ਵੀ ਗੁਜ਼ਾਰ ਲੈਂਦੇ ਫੇਰ, ਜੇ ਉਹ ਵੀ ਸੋਚ ਲੈਂਦੇ ਕਿ ਚਲੋ ਬਸ ਗੁਜ਼ਰ ਜਾਂਦੀ ਹੈ ਫੇਰ। ਪੈਦਾ ਤਾਂ ਉਹ ਵੀ ਮਾਂ ਦੇ ਗਰਭ ਵਿੱਚੋਂ ਹੀ ਹੋਏ ਸਨ। ਉਹ ਆਪਣੀ ਸੋਚ ਕਰਕੇ, ਆਪਣੇ ਕਾਰਜਾਂ ਕਰਕੇ, ਹਿੰਮਤ ਦਲੇਰੀ ਕਰਕੇ, ਜਿੰਦਾ ਦਿਲੀ ਕਰਕੇ ਮਹਾਨ ਹੋਏ। ਜ਼ਿੰਦਗੀ ਦੇ ਆਸ਼ਕ ਹੁੰਦੇ ਹਨ ਮਹਾਨ ਲੋਕ। ਮਹਾਨ ਲੋਕ ਸ਼ਿਕਾਇਤ ਨਹੀਂ ਕਰਦੇ, ਕੁਝ ਕਰਕੇ ਵਿਖਾਉਂਦੇ ਨੇ। ਮਹਾਨ ਲੋਕ ਅਵੇਸਲੇ ਨਹੀਂ ਹੁੰਦੇ। ਗੁਰੂਆਂ, ਪੀਰਾਂ, ਸ਼ਹੀਦਾਂ, ਲੇਖਕਾਂ, ਵਿਗਿਆਨੀਆਂ, ਆਜ਼ਾਦੀ ਘੁਲਾਟੀਆਂ ਤੋਂ ਪਹਿਲਾਂ ਵੀ ਇਹਨਾਂ ਜਿਹੇ ਮਹਾਨ ਲੋਕ ਪੈਦਾ ਹੋਏ ਸਨ। ਜੇ ਉਹ ਇਹ ਸੋਚ ਕੇ ਬਹਿ ਜਾਂਦੇ ਕਿ ਅਸੀਂ ਮਹਾਨ ਨਹੀਂ ਹਾਂ, ਅਸੀਂ ਕੁਝ ਨਹੀਂ ਕਰ ਸਕਦੇ, ਜੇ ਕੁਝ ਵਿਗਿਆਨੀਆਂ ਤੋਂ ਬਾਅਦ ਦੂਜੇ ਵਿਗਿਆਨੀ ਖੋਜਾਂ ਨਾ ਕਰਦੇ, ਜੇ ਖੋਜਾਂ ਦਾ ਸਿਲਸਿਲਾ ਜਾਰੀ ਨਾ ਰਹਿੰਦਾ, ਤਾਂ ਕੀ ਅਸੀਂ ਅੱਜ ਦੀ ਸੁੱਖ ਸਹੂਲਤ ਮਾਣ ਸਕਦੇ ਸੀ? ਜੇ ਮੁਗਲ ਖਿਲਾਫ ਕੁਝ ਕੁ ਹੀ ਮਹਾਨ ਲੜਦੇ, ਕੀ ਅੰਗਰੇਜ਼ਾਂ ਖਿਲਾਫ ਸਿਰਫ ਕੁਝ ਕੁ ਹੀ ਲੜੇ ਸਨ? ਜੇ ਬਾਪੂ ਜੁਝਾਰੂ ਆਵਾਜ਼ ਨਾ ਉਠਾਉਂਦੇ ਤਾਂ ਕਿ ਅੰਗਰੇਜ਼ ਭਾਰਤ ਨੂੰ ਛੱਡ ਕੇ ਜਾਂਦੇ? ਮਹਾਨ ਲੋਕ ਜ਼ਿੰਦਗੀ ਹੰਢਾਉਂਦੇ ਹਨ, ਗੁਜ਼ਾਰਦੇ ਨਹੀਂ। ਮਹਾਨ ਲੋਕ ਕਦੇ ਮਹਾਨ ਅਖਵਾਉਣਾ ਜਾਂ ਪੂਜਾ ਕਰਾਉਣ ਲਈ ਕੰਮ ਨਹੀਂ ਕਰਦੇ। ਮਹਾਨ ਲੋਕਾਂ ਨੂੰ ਇਹ ਹੀ ਹੁੰਦਾ ਕਿ ਅਸੀਂ ਮਹਾਨ ਹਾਂ। ਉਹ ਸਿਰਫ ਇੰਨਾ ਜਾਣਦੇ ਹੁੰਦੇ ਹਨ ਕਿ ਔਖੇ ਤੇ ਵੱਖਰੇ ਕੰਮ ਮਨੁੱਖ ਨੂੰ ਹੀ ਕਰਨੇ ਹਨ, ਮਨੁੱਖ ਹੀ ਕਰ ਸਕਦਾ ਹੈ, ਸੋ ਉਹ ਕਰਦੇ ਹਨ ਤੇ ਮਹਾਨ ਹੋ ਜਾਂਦੇ ਹਨ। ਮਹਾਨ ਲੋਕ ਸੋਹਣਾ ਅਤੇ ਲੋਕ ਪੱਖੀ ਕਰਨ ਦੀ ਹਿੰਮਤ ਅਤੇ ਕੋਸ਼ਿਸ਼ ਕਰਦੇ ਰਹਿੰਦੇ ਹਨ। ਚੰਗੇ ਹੁੰਦੇ ਹਨ ਮਹਾਨ ਲੋਕ, ਸੋ ਚੰਗੇ ਲੋਕ ਕਦੇ ਮਹਾਨ ਬਣਨ ਦੀ ਕੋਸ਼ਿਸ਼ ਨਹੀਂ ਕਰਦੇ। ਉਹ ਚੰਗੇ ਕੰਮ ਕਰਦੇ, ਚੰਗੀਆਂ ਕੋਸ਼ਿਸ਼ਾਂ ਨੂੰ ਮਕਸਦ ਦਿੰਦੇ, ਸੁਪਨੇ ਪੂਰਦੇ ਮਹਾਨ ਬਣ ਜਾਂਦੇ ਹਨ। ਜਿਹੜੇ ਸਿਰਫ ਮਹਾਨ ਬਣਨ ਦੀ ਹੀ ਕੋਸ਼ਿਸ਼ ਕਰਦੇ ਹਨ, ਉਹ ਵੱਖਰਾ ਕਰਨ ਦੀ ਕੋਸ਼ਿਸ਼ ਵਿੱਚ ਠੱਗਦੇ ਹਨ। ਜੋ ਪੁਕਾਰਦੇ ਹਨ, ਜੋ ਲਤੜਾਉਂਦੇ ਹਨ, ਜੋ ਤੜਫਾਉਂਦੇ ਹਨ, ਜੋ ਸਤਾਉਂਦੇ ਹਨ, ਉਹ ਮਹਾਨ ਬਣਨਾ ਹੀ ਨਹੀਂ ਪਾਉਂਦੇ, ਬਣ ਹੀ ਨਹੀਂ ਸਕਦੇ। ਉਹ ਬਣਦੇ ਹਨ ਅੰਧ ਵਿਸ਼ਵਾਸੀ, ਰਾਖਸ਼, ਲੁਟੇਰੇ, ਡਾਕੂ, ਕਾਤਲ, ਬਲਾਤਕਾਰੀ, ਗੱਦਾਰ, ਠੱਗ, ਚੋਰ ਤੇ ਅਤਿਵਾਦੀ। ਮਹਾਨ ਲੋਕ ਕਿਸੇ ਇੱਕ ਵਕਤ ਵਿੱਚ ਹੀ ਮਹਾਨ ਨਹੀਂ ਹੁੰਦੇ। ਚੰਗੀ ਸੋਚ ਦੀ ਨਿਸ਼ਚਿਤ ਉਮਰ ਨਹੀਂ ਹੁੰਦੀ। ਜੇ ਅਸੀਂ ਆਪਾਂ ਕੀ ਲੈਣਾ ਕਹਿ ਕੇ, ਪਾਸਾ ਵੱਟ ਕੇ, ਅੱਖਾਂ ਮੀਚ ਕੇ, ਕੰਨ ਵਲੇਟ ਕੇ, ਅਵੇਸਲੇ ਹੋ ਕੇ, ਕਿਸਮਤ ਨੂੰ ਦੋਸ਼ ਦੇ ਕੇ, ਬਿਨਾਂ ਕੋਸ਼ਿਸ਼ਾਂ ਤੋਂ ਹੀ ਜ਼ਿੰਦਗੀ ਗੁਜ਼ਾਰਦੇ ਰਹਾਂਗੇ, ਤਾਂ ਅਸੀਂ ਮਾਂ ਦੀਆਂ ਉਹਨਾਂ ਪੀੜਾਂ ਤਕਲੀਫਾਂ ਦਾ ਮਜ਼ਾਕ ਉਡਾਵਾਂਗੇ ਜੋ ਉਸਨੇ ਸਾਨੂੰ ਪੈਦਾ ਕਰਨ ਵੇਲੇ ਝੱਲੀਆਂ ਸਨ। ਜੇ ਮਾਂ ਬਾਪ ਸੋਚ ਲੈਂਦੇ ਕਿ ਆਪਾਂ ਕੀ ਲੈਣਾ ਹੈ ਬੱਚੇ ਦੀ ਸੰਭਾਲ ਕਰਕੇ, ਉਸਨੂੰ ਪਿਆਰ ਦੁਲਾਰ ਕਰਕੇ, ਮਾਂ ਸੋਚ ਲਏ ਕਿ ਮੈਂ ਕੀ ਕਰਨਾ ਹੈ ਰਸੋਈ ਦਾ ਕੰਮ ਕਰਕੇ, ਪਿਓ ਸੋਚ ਲਵੇ ਕਿ ਮੈਂ ਕੀ ਲੈਣਾ ਹੈ ਪਰਿਵਾਰ ਪਾਲ ਕੇ, ਜੇ ਅਧਿਆਪਕ ਸੋਚ ਲੈਣ ਕਿ ਤਨਖਾਹ ਨਾਲ ਗੁਜ਼ਰ ਤਾਂ ਜਾਂਦੀ ਹੈ ਜ਼ਿੰਦਗੀ, ਮੈਂ ਕੀ ਲੈਣਾ ਹੈ ਪੜ੍ਹਾ ਕੇ, ਜੇ ਡਾਕਟਰ ਸੋਚ ਲਵੇ ਕਿ ਮੈਂ ਕੀ ਲੈਣਾ ਹੈ ਇਲਾਜ ਕਰਕੇ, ਜੇ ਸਾਰੇ ਹੀ ਲੀਡਰ ਸੋਚ ਲੈਣ ਕਿ ਅਸੀਂ ਕੀ ਲੈਣਾ ਹੈ ਦੇਸ਼ ਤੋਂ, ਜਨਤਾ ਤੋਂ, ਜੇ ਡਰਾਈਵਰ ਸੋਚ ਲੈਣ ਕਿ ਅਸੀਂ ਕੀ ਲੈਣਾ ਹੈ ਬ੍ਰੇਕ ਮਾਰ ਕੇ, ਜੇ ਵਿਗਿਆਨੀ ਕਹਿਣ ਕਿ ਅਸੀਂ ਕਿਉਂ ਕਰੀਏ ਖੋਜ, ਇਉਂ ਤਾਂ ਫਿਰ ਦੁਨੀਆ ਤੇ ਰਹਿਣਾ ਹੀ ਗੁਨਾਹ ਹੋ ਜਾਵੇਗਾ, ਜੀਵਨ ਹੀ ਖਤਮ ਹੋ ਜਾਵੇਗਾ। ਸੋ ਸਾਡਾ ਕਿਸੇ ਲੋੜ, ਮਸਲੇ ਅਤੇ ਪਰਿਵਰਤਨ ਨੂੰ ਲੈ ਕੇ ਇਹ ਕਹਿਣਾ ਕਿ ਆਪਾਂ ਕੀ ਲੈਣਾ ਹੈ,
ਮੇਰੇ ਕਰਨ ਨਾਲ ਕੀ ਹੋ ਜਾਣਾ ਹੈ, ਗੁਜ਼ਰ ਤਾਂ ਜਾਂਦੀ ਹੈ। ਇਹ ਨਾਮੁਖੀ ਸੋਚ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ। ਕਬੂਤਰ ਬਿੱਲੀ ਨੂੰ ਵੇਖ ਕੇ ਅੱਖਾਂ ਮੀਚ ਲੈ ਸਕਦਾ ਹੈ, ਅਸੀਂ ਨਹੀਂ। ਵੀਨ ਦਾ ਅਸਰ ਮੱਝ ਉੱਤੇ ਨਹੀਂ ਹੁੰਦਾ ਹੋਣਾ, ਪਰ ਅਸੀਂ ਜਨੌਰ ਜਾਂ ਜਾਨਵਰ ਨਹੀਂ, ਮਨੁੱਖਾਂ। ਮਨੁੱਖ ਕੁਦਰਤ ਦੀ ਸਭ ਤੋਂ ਵੱਡੀ ਰਚਨਾ ਹਨ। ਅੱਖਾਂ ਮੀਚਣ ਵਾਲਾ ਕਬੂਤਰ ਬਚਦਾ ਨਹੀਂ ਹੈ, ਬਿੱਲੀ ਉਸਨੂੰ ਧੌਣ ਤੋਂ ਫੜ ਕੇ ਖਤਮ ਕਰ ਦਿੰਦੀ ਹੈ। ਅਸੀਂ ਆਪਣੀ ਧੌਣ ਕਿਸੇ ਵੀ ਬਿੱਲੀ ਦੇ ਹੱਥ ਨਹੀਂ ਆਉਣ ਦੇਣੀ। ਜਾਂ ਹੈ ਇਰਾਦਾ ਕਿਤੇ ਇਹ ਤਾਂ ਨਹੀਂ ਕਿ ਬਿੱਲੀ ਖਤਮ ਕਰ ਦਈਏ ਤਾਂ ਕਰ ਦੇਵਾਂਗੇ, ਆਪਾਂ ਕੀ ਲੈਣਾ ਹੈ। ਕਿਉਂ ਇਉਂ ਤਾਂ ਫਿਰ ਜਿਉਣਾ ਹੀ ਨਹੀਂ ਹੋਣਾ। ਇਉਂ ਤਾਂ ਹਾਲਾਤ ਅਤੇ ਲੋਕ ਸਾਡਾ ਮਜ਼ਾਕ ਉਡਾ ਉਡਾ ਕੇ ਮਜ਼ੇ ਲੈਣਗੇ। ਲੋਕ ਗੋਡੇ ਟੇਕ ਕੇ ਬੈਠਣ ਵਾਲੇ ਦੇ ਮੋਢਿਆਂ ਉੱਤੇ ਹੀ ਚੜ੍ਹਦੇ ਹਨ, ਗਿਰ ਗਏ ਨੂੰ ਹੀ ਠੇਡੇ ਵੱਜਦੇ ਹਨ, ਡਰਨ ਵਾਲੇ ਨੂੰ ਹੀ ਡਰਾਇਆ ਜਾਂਦਾ ਹੈ। ਜਿਸਨੇ ਇਹ ਸੋਚ ਲਿਆ ਕਿ ਮੈਂ ਕੀ ਲੈਣਾ ਹੈ, ਉਸ ਨੂੰ ਮਿਲਣਾ ਵੀ ਫਿਰ ਕੀ ਸੀ। ਜਿਸਨੇ ਕਹਿ ਹੀ ਦਿੱਤਾ ਕਿ ਬਸ ਗੁਜ਼ਰ ਜਾਂਦੀ ਹੈ, ਉਹ ਕੀ ਹੰਢਾਵੇਗਾ ਜ਼ਿੰਦਗੀ। ਜ਼ਿੰਦਗੀ ਪ੍ਰਤੀ ਨਾਮੁਖੀ ਵਤੀਰਾ ਗੱਦਾਰੀ ਹੈ। ਖੁਦ ਨੂੰ ਨਿਰਾਸ਼ ਰੱਖਣਾ ਗੱਦਾਰੀ ਹੈ। ਬਿਨਾਂ ਉਤਸ਼ਾਹ ਦੇ ਜੀਵਨ ਜਿਉਣਾ ਗੱਦਾਰੀ ਹੈ। ਦਿਖਦਾ ਹੋਣ ਦੀ ਸਮਰੱਥਾ ਅਤੇ ਬਾਵਜੂਦ ਨਾ ਦੇਖਣਾ ਗੱਦਾਰੀ ਹੈ। ਸਾਹ ਚੱਲਦੇ ਹੋਣ ਤੇ ਜੀਣ ਦਾ ਲੁਤਫ ਨਾ ਲਿਆ ਜਾਵੇ ਤਾਂ ਗੱਦਾਰੀ ਹੈ। ਪੜ੍ਹੇ ਲਿਖੇ ਹੋਣ ਦੇ ਬਾਵਜੂਦ ਨਾ ਪੜ੍ਹਨਾ ਗੱਦਾਰੀ ਹੈ। ਜ਼ੁਬਾਨ ਹੋਵੇ ਤੇ ਬੰਦਾ ਬੋਲੇ ਨਾ ਤਾਂ ਇਹ ਗੱਦਾਰੀ ਹੈ। ਵਕਤ ਖੁੱਲ੍ਹਾ ਹੋਵੇ ਅਤੇ ਆਪਣਿਆਂ ਨੂੰ ਕਹੇ ਮੈਂ ਤਾਂ ਬਿਜ਼ੀ ਹਾਂ, ਇਹ ਗੱਦਾਰੀ ਹੈ। ਗੱਦਾਰ ਤਾਂ ਉਹ ਵੀ ਹੈ ਜੋ ਘਰ ਵਿੱਚ ਵਿਹਲਾ ਤੇ ਮੌਜੂਦ ਹੋਣ ਦੇ ਬਾਵਜੂਦ ਬੱਚਿਆਂ ਨੂੰ ਵਕਤ ਨਹੀਂ ਦਿੰਦਾ। ਨਰਿੰਦਰ ਸਿੰਘ ਦੀ ਕਪੂਰ ਆਪਣੀ ਕਿਤਾਬ ਦੇ ਬੂਹੇ ਬਾਰੀਆਂ ਵਿੱਚ ਲਿਖਦੇ ਹਨ, ਬੋਲਣ ਦੀ ਅਤੀ ਲੋੜ ਸਮੇਂ ਜਿਹੜਾ ਮਿੱਤਰ ਚੁੱਪ ਸਾਧ ਲਵੇ ਉਹ ਗੱਦਾਰ ਹੁੰਦਾ ਹੈ। ਗੱਦਾਰ ਵਿਅਕਤੀਆਂ ਦੀ ਆਤਮਾ ਮਰ ਚੁੱਕੀ ਹੁੰਦੀ ਹੈ। ਗੱਦਾਰ ਭਾਵੇਂ ਕਿੰਨਾ ਹੀ ਪੜ੍ਹੇ ਲਿਖੇ ਹੋਣ, ਉਹਨਾਂ ਦਾ ਇਤਿਹਾਸ ਨਹੀਂ ਪੜ੍ਹਿਆ ਹੁੰਦਾ। ਗੱਦਾਰ ਨੂੰ ਗੱਦਾਰੀ ਕਰਨ ਲਈ ਕਿਹਾ ਨਹੀਂ ਜਾਂਦਾ, ਉਹ ਗੱਦਾਰੀ ਦਾ ਕਾਰਜ ਨਿਭਾਉਣ ਲਈ ਖੁਦ ਨੂੰ ਪੇਸ਼ ਕਰਦਾ ਹੈ। ਆਪਾਂ ਨੇ ਇਮਾਨਦਾਰ ਹੋ ਕੇ ਜ਼ਿੰਦਗੀ ਤੋਂ ਬਹੁਤ ਕੁਝ ਲੈਣਾ ਹੈ, ਲੈਣ ਵਾਲੇ ਨੂੰ ਦੇਣਾ ਵੀ ਪੈਂਦਾ ਹੈ। ਫਰਜ਼ਾਂ ਤੋਂ ਤਾਂ ਪਸ਼ੂ ਵੀ ਮੁਨਕਰ ਨਹੀਂ ਹੁੰਦੇ, ਫਰਜ਼ਾਂ ਤੋਂ ਤਾਂ ਕੁਦਰਤ ਵੀ ਮੁਨਕਰ ਨਹੀਂ ਹੁੰਦੀ। ਮਨੁੱਖ ਨੂੰ ਤਾਂ ਫਰਜ਼ਾਂ ਪ੍ਰਤੀ ਸੁਚੇਤ ਰਹਿਣ ਲਈ ਦਿਮਾਗ ਮਿਲਿਆ ਹੈ, ਜ਼ੁਬਾਨ ਮਿਲੀ ਹੈ। ਜ਼ੁਬਾਨ ਨਹੀਂ ਤਾਂ ਇਸ਼ਾਰੇ ਹਨ। ਵਿਦਰੋਹ ਹੈ ਸਾਡੇ ਕੋਲ, ਨਾਅਰੇ ਹਨ ਸਾਡੇ ਕੋਲ, ਜਸ਼ਨ ਹਨ ਸਾਡੇ ਕੋਲ, ਹੁਲਾਰੇ ਹਨ ਸਾਡੇ ਕੋਲ। ਸਾਡੇ ਕੋਲ ਗੀਤ ਹੈ, ਸੰਗੀਤ ਹੈ, ਪ੍ਰੀਤ ਹੈ, ਬਹੁਤ ਕੁਝ ਹੈ ਸਾਡੇ ਆਲੇ ਦੁਆਲੇ ਜੋ ਸਾਡਾ ਧਿਆਨ ਮੰਗਦਾ ਹੈ। ਸਾਡੇ ਆਸੇ-ਪਾਸੇ ਕੀ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈ, ਇਸ ਦੇ ਬਾਰੇ ਸਾਡੀ ਜਿਗਿਆਸਾ ਵੀ ਹੋਣੀ ਚਾਹੀਦੀ ਹੈ। ਸਾਡੀ ਦਿਲਚਸਪੀ ਵੀ, ਫਿਕਰ ਵੀ, ਗਿਆਨ ਵੀ। ਇਹ ਕਹਿ ਕੇ ਖਹਿੜਾ ਛੁਡਾ ਲੈਣਾ ਕਿ ਇਹ ਤਾਂ ਹੁੰਦਾ ਹੀ ਰਹਿੰਦਾ ਹੈ, ਇਹ ਤਾਂ ਇਸੇ ਤਰ੍ਹਾਂ ਹੋਣਾ ਹੈ, ਇਸੇ ਤਰ੍ਹਾਂ ਨਾਲ ਵੀ ਧਰਮ ਕਰਮ ਦੇ ਨਾਲ ਮੇਲ ਨਹੀਂ ਖਾਂਦਾ। ਇਹ ਵਤੀਰਾ ਚਲਾਕੀ ਅਤੇ ਮੂਰਖਤਾ ਭਰਪੂਰ ਹੈ, ਪਰ ਅਕਲਮੰਦੀ ਵਾਲਾ ਨਹੀਂ ਹੋ ਸਕਦਾ। ਇਹ ਗੱਲਾਂ, ਇਹ ਤਰਕ ਆਵਾਜ਼ ਮੰਗਦਾ ਹੈ, ਚੁੱਪ ਨਹੀਂ। ਚੁੱਪ ਹੀ ਭਲੀ ਹੈ ਕਹਿ ਕੇ ਮਸਲਿਆਂ ਦਾ ਹੱਲ ਨਹੀਂ ਹੋਣਾ। ਚੁੱਪ ਕਿੱਥੇ ਭਲੀ ਹੈ, ਕਿੱਥੇ ਖਤਰਨਾਕ, ਇਹਦੇ ਬਾਰੇ ਪਤਾ ਹੋਣਾ ਜਾਂ ਇਹਦੇ ਬਾਰੇ ਸੁਚੇਤ ਹੋਣਾ ਜਿਉਣ ਜੋਗਾ ਕਰਦਾ ਹੈ। ਜਿਉਣ ਜੋਗੇ ਹੀ ਬਹੁਤ ਕੁਝ ਕਰਨ ਜੋਗੇ ਹੁੰਦੇ ਹਨ। ਚੁੱਪ ਸਿਰਫ ਨਿੱਜੀ ਗਰਜ ਲਈ ਹੀ ਨਹੀਂ ਤੋੜੀਦੀ। ਚੁੱਪ ਸਿਰਫ ਗਾਲ ਜਾਂ ਆਸ਼ੀਰਵਾਦ ਦੇਣ ਲਈ ਵੇਲੇ ਹੀ ਨਹੀਂ ਟੁੱਟਣੀ ਚਾਹੀਦੀ। ਬੋਲਿਆ ਸਿਰਫ ਖੁਦ ਦੇ ਲਾਭ ਲਈ ਹੀ ਨਹੀਂ ਜਾਂਦਾ। ਸ਼ਾਬਾਸ਼ੇ, ਹਰਖ, ਮਤ ਅਤੇ ਮਾਨ ਦੇ ਬੋਲ ਸਿਰਫ ਆਪਣੇ ਘਰਦਿਆਂ ਅਤੇ ਪਹਿਚਾਣ ਵਾਲਿਆਂ ਲਈ ਹੀ ਨਹੀਂ ਹੋਣੇ ਚਾਹੀਦੇ। ਜੇ ਸਾਰੇ ਹੀ ਚੁੱਪ ਭਲੀ ਹੈ ਦਾ ਫਾਰਮੂਲਾ ਅਪਣਾ ਲੈਂਦੇ ਹਨ ਤੇ ਆਪਾਂ ਲੈਣ ਤਾਂ ਸਾਡੇ ਕੋਲ ਸ਼ਾਇਰ, ਕਹਾਣੀਕਾਰ, ਗਵੱਈਏ, ਭੰਡ, ਨਾਟਕਕਾਰ ਅਤੇ ਸਿਨੇਮੇ ਵਾਲੇ ਨਾ ਹੁੰਦੇ। ਅਫਸੋਸ, ਜ਼ਿਆਦਾ ਲੋਕ ਚੁੱਪ ਹੀ ਭਲੀ ਹੈ ਬਾਰੇ ਸੋਚਦੇ ਸੋਚਦੇ ਇਹਦੇ ਉੱਤੇ ਅਮਲ ਕਰ ਬੈਠੇ ਤੇ ਅੱਜ ਤਾਂ ਸਰਕਾਰਾਂ ਦਾ ਧੱਕਾ ਵੱਧ ਗਿਆ, ਬਦਮਾਸ਼ਾਂ ਦੀ ਚੜ੍ਹਤ ਹੋ ਗਈ, ਹੇਰਾ ਫੇਰੀ ਵੀ ਸਿਰ ਚੁੱਕ ਲਿਆ, ਤਕੜਿਆਂ ਨੇ ਸ਼ੇਰਾਂ ਨੂੰ ਵੀ ਬੱਕਰੀ ਵਾਂਗ ਝਟਕਾ ਦਿੱਤਾ, ਗੀਤਾਂ ਨੂੰ ਗਾਲਾਂ ਬਣਾ ਦਿੱਤਾ। ਜੇ ਅਸੀਂ ਤੁਸੀਂ ਚੁੱਪ ਤਾਂ ਹੀ ਗਿਣਤੀ ਦੇ ਲੋਕਾਂ ਨੇ ਪੰਜਾਬ ਦੀ ਪਹਿਚਾਣ ਸ਼ਰਾਬ, ਲਲਕਾਰੇ, ਫੁਕਰਪਣ, ਅਫੀਮ, ਨਸ਼ੇ, ਹਥਿਆਰ ਅਤੇ ਬਦਮਾਸ਼ੀ ਨਾਲ ਜੋੜ ਦਿੱਤੀ ਹੈ। ਜੇ ਅਸੀਂ ਨਾ ਬੋਲੇ ਤਾਂ ਸਾਡੇ ਦੇਸ਼ ਅਤੇ ਬੋਲੀ ਦੀ ਪਹਿਚਾਣ ਦੇ ਅਰਥ ਉੱਡ-ਪੁੱਡ ਹੋ ਜਾਣਗੇ। ਚੁੱਪ ਨੂੰ ਤੋੜਨਾ ਹੀ ਪੈਣਾ ਹੈ। ਚੁੱਪ ਨੂੰ ਤੋੜ ਕੇ ਬੋਲਣ ਤੋਂ ਭਾਵ ਭਾਸ਼ਣ ਦੇਣ ਤੋਂ ਨਹੀਂ ਹੈ। ਬੋਲਣ ਤੋਂ ਭਾਵ ਬਕ-ਬਕ ਕਰਨ ਤੋਂ ਨਹੀਂ ਹੈ। ਬੋਲਣ ਤੋਂ ਭਾਵ ਜਣੇ-ਖਣੇ ਨਾਲ ਲੜਨ ਤੋਂ ਨਹੀਂ ਹੈ। ਚੁੱਪ ਨੂੰ ਤੋੜਨਾ ਮਾਂ ਪਿਓ ਜਾਂ ਧੀ ਪੁੱਤ ਨਾਲ ਬਦਤਮੀਜ਼ ਹੋਣਾ ਨਹੀਂ ਹੈ। ਚੁੱਪ ਤੋੜਨਾ ਗਾਲਾਂ ਕੱਢਣਾ ਤਾਂ ਬਿਲਕੁਲ ਹੀ ਨਹੀਂ ਹੈ। ਮਾਂ, ਭੈਣ,
ਧੀ ਦੀ ਗਾਲ ਕੱਢਣ ਵਾਲੇ ਨੂੰ ਪੁੱਛਣਾ ਕਿ ਜੇ ਗਾਲ ਕੱਢਣਾ ਬੁਰਾ ਨਹੀਂ ਤਾਂ ਕੀ ਆਪਣੀ ਮਾਂ ਭੈਣ ਧੀ ਨਾਲ ਗਾਲ ਸੁਣਨ ਲਈ ਰਾਜੀ ਹੈ? ਜੇ ਉਹ ਕਹੇ ਹਾਂ ਤਾਂ ਅਸੀਂ ਐਸੇ ਬੰਦੇ ਨੂੰ ਮਾਂ ਦੇ ਪੈਰੀ ਹੱਥ ਲਾਉਣ ਦਾ, ਭੈਣ ਤੋਂ ਰੱਖੜੀ ਬਣਾਉਣ ਦਾ ਤੇ ਧੀ ਦੇ ਸਿਰ ਉੱਤੇ ਹੱਥ ਰੱਖਣ ਦਾ ਕੋਈ ਹੱਕ ਨਹੀਂ ਹੈ। ਜੇ ਉਹ ਕਹੇ ਕਿ ਗਾਲ ਕੱਢ ਤਾਂ ਸਕਦਾ ਹੈ ਪਰ ਸੁਣ ਨਹੀਂ ਸਕਦਾ ਤਾਂ ਐਸੇ ਬੰਦੇ ਨੂੰ ਗਾਲ ਕੱਢਣ ਦਾ ਕੋਈ ਹੱਕ ਨਹੀਂ, ਕਿਉਂਕਿ ਕੁਝ ਦੇਣ ਵਾਲੇ ਨੂੰ ਕੁਝ ਲੈਣਾ ਤਾਂ ਪੈਂਦਾ ਹੀ ਹੈ। ਗੱਲ ਤਾਂ ਚੁੱਪ ਨੂੰ ਤੋੜ ਕੇ ਬੋਲਣ ਦੀ ਸ਼ੁਰੂ ਕੀਤੀ ਸੀ। ਬੋਲਣ ਤੋਂ ਭਾਵ ਹੈ ਦੁੱਖ ਸੁੱਖ ਦਾ ਸੰਵਾਦ ਰਚਾਉਣਾ। ਬੋਲਣ ਤੋਂ ਭਾਵ ਹੈ ਗੀਤਾਂ ਨੂੰ ਮਹਿਕਲ ਲਾਉਣਾ। ਬੋਲਣ ਤੋਂ ਮਤਲਬ ਹੈ ਔਲਾਦ ਨਾਲ ਦੋਸਤੀ ਦਾ ਰਾਬਤਾ ਕਾਇਮ ਕਰਨਾ। ਚੁੱਪ ਨੂੰ ਤੋੜਨ ਦਾ ਮਤਲਬ ਹੈ ਮਾਂ, ਪਤਨੀ, ਭੈਣ, ਸਹੇਲੀ ਤੇ ਧੀ ਦੇ ਨਾਲ ਵਿਚਾਰ ਵਟਾਂਦਰਾ ਕਰਨਾ। ਬੋਲਣ ਤੋਂ ਭਾਵ ਹੈ ਆਪਣੀ ਕੁੜੀ ਜਾਂ ਔਰਤ ਦੇ ਹੋਣ ਉੱਤੇ ਮਾਣ ਕਰਕੇ ਧੱਕਾ ਨਾ ਸਹਿਣਾ। ਚੁੱਪ ਤੋੜਨ ਦਾ ਮਤਲਬ ਹੈ ਹੱਕ ਸੱਚ ਦੀ ਗੱਲ ਕਰਨਾ। ਬੋਲਣ ਦਾ ਮਤਲਬ ਹੈ ਬੇਸ਼ਰਮੀ ਅਤੇ ਬਦਤਮੀਜ਼ੀ ਨੂੰ ਸਿਆਣਪ ਅਤੇ ਲਿਆਕਤ ਸਿਖਾਉਣਾ। ਚੁੱਪ ਵਿੱਚੋਂ ਬਾਹਰ ਨਿਕਲਣ ਦਾ ਅਰਥ ਹੈ ਪਿਓ ਨੂੰ ਪਿਆਰ ਦੇ ਬੋਲ ਕਹਿਣਾ ਤੇ ਮਾਂ ਨਾਲੋਂ ਟੁੱਟ ਕੇ ਨਾ ਬਹਿਣਾ। ਬੋਲਣ ਦਾ ਮਤਲਬ ਹੈ ਦਿਲ ਦੀ ਕਹਿਣਾ। ਬੋਲਣ ਦਾ ਅਰਥ ਹੈ ਬੁਰੇ ਦਾ ਵਿਰੋਧ ਕਰਨਾ, ਚੰਗੇ ਨੂੰ ਸ਼ਾਬਾਸ਼ੀ ਦੇਣਾ। ਬੋਲਣ ਦਾ ਮਤਲਬ ਹੈ ਕਿਤਾਬਾਂ ਕੋਲੋਂ ਵਿਚਾਰ ਲੈਣਾ। ਚੁੱਪ ਤੋੜਨ ਦਾ ਮਤਲਬ ਹੈ ਕਿਤਾਬਾਂ ਵਿੱਚੋਂ ਸਿੱਖੇ ਹੋਏ ਨੂੰ ਅਮਲੀ ਰੂਪ ਦੇਣਾ। ਬੋਲਣ ਦਾ ਮਤਲਬ ਹੈ ਘਰਾਂ ਨੂੰ ਚੁੱਪ ਵਿੱਚੋਂ ਕੱਢਣਾ। ਘਰਾਂ ਵਿੱਚ ਗੱਲਬਾਤ ਦਾ ਮਾਹੌਲ ਬਣਾਈ ਰੱਖਣ ਵਾਲੇ ਲੋਕ ਸਮਾਜ ਵਿੱਚ ਹੀ ਬਹੁਤ ਸੋਹਣਾ ਸੰਵਾਦ ਰਚਾਉਂਦੇ ਹਨ। ਪਰਿਵਾਰ ਨਾਲ ਬੁਰੇ ਭਲੇ ਦੀ ਚਰਚਾ ਕਰਦੇ ਰਹਿਣ ਵਾਲੇ ਘਰ ਤੋਂ ਬਾਹਰ ਵੀ ਭਲੇ ਦੇ ਨਾਲ ਖੜਦੇ ਅਤੇ ਬੁਰੇ ਦਾ ਸਾਹਮਣਾ ਡਟ ਕੇ ਕਰਦੇ ਹਨ। ਧੀ ਪੁੱਤਰ ਦਾ ਮਿੱਤਰ ਕਿਸੇ ਵੀ ਦੁਸ਼ਮਣ ਨਹੀਂ ਹੁੰਦਾ। ਜਿਹੜਾ ਘਰ ਵਿੱਚ ਬੁੱਲ੍ਹ ਸਿਉਂ ਕੇ ਰੱਖਦਾ ਹੈ, ਘਰ ਤੋਂ ਬਾਹਰ ਉਹਦੀ ਕੋਈ ਵੀ ਗੱਲ ਅਸਰ ਨਹੀਂ ਕਰੇਗੀ। ਅਫਸੋਸ ਘਰਾਂ ਵਿੱਚ ਹੀ ਲੋੜ ਜੋਗਾ ਨਹੀਂ ਬੋਲਦੇ ਅਸੀਂ ਲੋਕ, ਪਰ ਉਮੀਦ ਨਹੀਂ ਮੁੱਕਦੀ। ਚੁੱਪ ਰਹਿਣ ਦੀ ਸਹੁੰ ਪਾ ਕੇ ਜਾਗਦਿਆਂ ਹੀ ਸੁੱਤੇ ਮੇਰੇ ਲੋਕ ਉੱਠਣਗੇ, ਜਗਾਉਣਗੇ, ਦੀਵਾ ਜਾਗੂਗਾ, ਲਾਟ ਮਗੂਗੀ। ਸਾਡੇ ਪੰਜਾਬ ਦਾ ਮਾਣਮੱਤਾ ਸ਼ਾਇਰ ਹੈ ਸੁਰਜੀਤ ਪਾਤਰ। ਉਹ ਲਿਖਦੇ ਨੇ ਆਪਣੀ ਕਿਤਾਬ ਬਿਰਖ ਅਰਜ ਕਰੇ ਵਿੱਚ, ਮੇਰੇ ਮਨ ਵਿੱਚ ਖੌਫ ਬਹੁਤ ਨੇ, ਥੋੜ੍ਹੀ ਥੋੜ੍ਹੀ ਆਸ ਵੀ ਹੈ। ਕਾਲੀ ਰਾਤ ਹੈ ਪਰ ਇੱਕ ਨਿੰਮੇ ਦੀਵੇ ਦੀ ਧਰਵਾਸ ਵੀ ਹੈ। ਹੋ ਸਕਦਾ ਹੈ ਚੁੱਪ ਦੀ ਹਾਮੀ ਭਰਨ ਵਾਲੇ ਜਾਂ ਚੁੱਪ ਰਹਿਣ ਦੇ ਆਦੀ ਮੇਰੀਆਂ ਗੱਲਾਂ ਨੂੰ ਫੋਕਾ ਭਾਸ਼ਣ ਸਮਝ ਕੇ ਪੜ੍ਹਨਾ ਬੰਦ ਕਰ ਦੇਣ ਤਾਂ ਹਾਂ ਹੀ ਕਰਕੇ ਸਾਰ ਦੇਣਗੇ। ਮੈਨੂੰ ਵੱਡਾ ਆਇਆ ਸਮਾਜ ਸੁਧਾਰ ਦਾ ਤਗਮਾ ਦੇਣ ਜਾਂ ਮੈਨੂੰ ਮਿਲਣ ਤੇ ਕਹਿਣ ਰਾਣੇ ਟੈਨਸ਼ਨ ਨਾ ਲੈ, ਇਹੋ ਜਿਹੀਆਂ ਗੱਲਾਂ ਦੀ ਰੱਬ ਸਭ ਦੇਖਦਾ ਹੈ। ਕਿਉਂਕਿ ਅਕਸਰ ਅਸੀਂ ਇਹ ਸੰਵਾਦ ਸੁਣ ਕੇ ਰਹੀ ਰੱਬ ਸਭ ਦੇਖਦਾ ਹੈ। ਕੀ ਦੇਖਦਾ ਹੈ ਰੱਬ? ਕੀ ਰੱਬ ਇਹ ਦੇਖਦਾ ਹੈ ਕਿ ਅਸੀਂ ਦੁਨੀਆ ਤੇ ਬੋਲਣ ਵਾਲੇ ਬੋਲ ਨਹੀਂ? ਕੀ ਰੱਬ ਇਹ ਦੇਖਦਾ ਹੈ ਕਿ ਅਸੀਂ ਫਸਲਾਂ ਉੱਤੇ ਜ਼ਹਿਰਾਂ ਛਿੜਕ ਰਹੇ ਹਾਂ? ਕਿ ਅਸੀਂ ਉਹਨਾਂ ਨੂੰ ਵੋਟਾਂ ਪਾ ਰਹੇ ਹਾਂ ਜੋ ਲੋਕਾਂ ਦੇ ਹਿੱਤਾਂ ਦੇ ਦੁਸ਼ਮਣ ਨੇ? ਕਿ ਅਸੀਂ ਮਿਲਾਵਟ ਵਾਲੇ ਖਾਣਾ ਖਾ ਰਹੇ ਹਾਂ? ਕਿ ਅਸੀਂ ਧਰਮ ਅਸਥਾਨਾਂ ਨੂੰ ਵਪਾਰ ਕੇਂਦਰ ਬਣਾ ਰਹੇ ਹਾਂ? ਕਿ ਅਸੀਂ ਰੱਬ ਦੇ ਨਾਂ 'ਤੇ ਚੰਦਾ ਇਕੱਠਾ ਕਰ ਰਹੇ ਹਾਂ? ਕਿ ਅਸੀਂ ਬੇਕਾਰ ਘਟੀਆ ਗੰਦਾ ਗਾਣਾ ਵੱਜਦਾ ਬਰਦਾਸ਼ਤ ਕਰਦੇ ਹਾਂ? ਕਿ ਅਸੀਂ ਧੀ ਭੈਣ ਦੀ ਮਾਂ ਦੀ ਗਾਲ ਕੱਢਦੇ ਨੂੰ ਸਮਝਾਉਂਦੇ ਨਹੀਂ ਕਿ ਨਾ ਵੀ ਗਾਲ ਨਹੀਂ ਕੱਢੀ ਦੀ? ਕੀ ਦੇਖ ਰਿਹਾ ਹੈ ਰੱਬ? ਕਿ ਮੇਰੇ ਬੰਦੇ ਹਰ ਗੱਲ ਮੇਰੇ ਤੇ ਸੁੱਟੀ ਜਾ ਰਹੇ ਹਨ? ਕੀ ਦੇਖ ਰਹੇ ਨੇ ਰੱਬ ਜੀ ਕਿ ਧੀਆਂ ਨੂੰ ਕੁੱਖ ਵਿੱਚ ਕਤਲ ਕੀਤਾ ਜਾ ਰਿਹਾ ਹੈ? ਕੀ ਦੇਖ ਰਿਹਾ ਹੈ ਰੱਬ ਕਿ ਅਸੀਂ ਪਾਣੀ, ਹਵਾ, ਧਰਤੀ ਅਤੇ ਦਰੁਖਤਾਂ ਨੂੰ ਦੁਸ਼ਮਣ ਬਣਦੇ ਜਾ ਰਹੇ ਹਾਂ? ਤਨਵੀਰ ਦੀ ਅਨੁਵਾਦ ਕੀਤੀ ਲੈਸਟਨ ਹਿਊਨ ਦੀ ਕਿਤਾਬ ਪੜ੍ਹੀ ਸੀ ਈਸ਼ਵਰ, ਉਹ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਇੱਕ ਗੱਲ ਦੱਸਿਓ, ਤੁਸੀਂ ਕਵਿਤਾ, ਕਹਾਣੀਆਂ, ਨਾਵਲ, ਨਾਟਕ ਜਾਂ ਲੇਖ ਪੜ੍ਹਦੇ ਹੋ? ਜੇ ਨਹੀਂ ਪੜ੍ਹਦੇ ਤਾਂ ਕੋਈ ਵਧੀਆ ਗੱਲ ਤਾਂ ਨਹੀਂ, ਬਲਕਿ ਖੁਦ ਨੂੰ ਧੋਖਾ ਕਰਨ ਵਾਲੀ ਗੱਲ ਹੈ। ਤੁਹਾਨੂੰ ਪਤਾ ਹੈ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਕਿਤਾਬਾਂ ਨੂੰ ਹੀ ਅਸਲੀ ਮਿੱਤਰ ਮੰਨਦੇ ਸਨ। ਫਾਂਸੀ ਤੋਂ ਚੜ੍ਹਨ ਤੋਂ ਕੁਝ ਦੇਰ ਪਹਿਲਾਂ ਭਗਤ ਸਿੰਘ ਜੀ ਲੈਲਨ ਦੀ ਕਿਤਾਬ ਪੜ੍ਹ ਰਹੇ ਸਨ। ਭਗਤ ਸਿੰਘ ਹੁਰੀ ਲਿਖਦੇ ਨੇ ਵੀ ਬਹੁਤ ਕਮਾਲ ਦਾ ਸਨ। ਤੁਸੀਂ ਪੜ੍ਹੀ ਹੈ ਉਹਨਾਂ ਦੀ ਕੋਈ ਲਿਖਤ? ਜਗਮੋਹਨ ਸਿੰਘ ਦੀ ਸੰਪਾਦਿਤ ਕੀਤੀ ਕਿਤਾਬ ਪੜ੍ਹਨਾ, ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਰਚਨਾ। ਅੱਛਾ, ਕਵਿਤਾ ਪੜ੍ਹੋ ਲੈਸਟਨ ਹਿਊਨ ਦੀ, ਮੈਂ ਈਸ਼ਵਰ ਹਾਂ, ਮੇਰੀ ਕਿਸੇ ਨਾਲ ਮਿੱਤਰਤਾ ਨਹੀਂ। ਇੰਨੀ ਵੱਡੀ ਦੁਨੀਆ ਵਿੱਚ ਢੋਂਦਾ ਹਾਂ ਆਪਣੀ ਪਵਿੱਤਰਤਾ। ਸੋਹਣੀ ਧਰਤੀ ਤੇ ਨੌਜਵਾਨ ਪ੍ਰੇਮੀ ਚਹਿਕਦੇ ਕਰਦੇ ਹਨ। ਮੈਂ ਧਰਤੀ ਤੇ ਕਿਵੇਂ ਪਹੁੰਚ ਸਕਦਾ? ਮੈਂ ਤਾਂ ਈਸ਼ਵਰ ਹਾਂ। ਉੱਠੋ, ਜੀਵਨ ਪ੍ਰੇਮ ਹੈ, ਪ੍ਰੇਮ ਹੀ ਜੀਵਨ ਹੈ। ਈਸ਼ਵਰ ਅਤੇ ਤਨਹਾ ਹੋਣ ਨਾਲੋਂ ਤਾਂ ਚੰਗਾ ਹੈ ਇਨਸਾਨ ਹੋਣਾ।
ਹਾਂ, ਚੰਗਾ ਹੈ ਇਨਸਾਨ ਹੋਣਾ, ਰੱਬ ਦੀ ਹੀ ਕੋਈ ਸ਼ਕਲ ਨਹੀਂ, ਰੱਬ ਦਾ ਕੋਈ ਆਕਾਰ ਨਹੀਂ। ਰੱਬ ਸ਼ਕਲ ਆਕਾਰ ਤੋਂ ਮੁਕਤ ਹੈ, ਪਰ ਉਸਨੇ ਸਾਨੂੰ ਸਭ ਦਿੱਤਾ ਹੈ। ਸਾਡਾ ਆਕਾਰ ਹੈ। ਸਾਡੇ ਕੋਲ ਮਾਂ ਦੇ ਗਰਭ ਵਿੱਚੋਂ ਮਿਲੀਆਂ ਤੇ ਕੁਦਰਤ ਦੀਆਂ ਦਿੱਤੀਆਂ ਬਹੁਤ ਸਾਰੀਆਂ ਸ਼ਕਤੀਆਂ ਹਨ। ਵੇਖਣ ਦੀ, ਸੁੰਘਣ ਦੀ, ਸਪਰਸ਼ ਦੀ, ਸਵਾਦ ਦੀ, ਤੁਰਨ ਦੀ, ਬੈਠਣ ਦੀ, ਖੜਨ ਦੀ, ਬੋਲਣ ਦੀ, ਸੁਣਨ ਦੀ। ਇੰਨਾ ਕੁਝ ਹੈ ਸਾਡੇ ਕੋਲ, ਫਿਰ ਵੀ ਕਿਉਂ ਸਿੱਟੀ ਰੱਬ ਤੇ ਗੱਲ ਕਿ ਰੱਬ ਸਭ ਕੁਝ ਦੇਖਦਾ ਹੈ? ਕੀ ਰੱਬ ਨੇ ਸਾਨੂੰ ਵੇਖਣ ਲਈ ਅੱਖਾਂ ਨਹੀਂ ਦਿੱਤੀਆਂ? ਜੋ ਸਾਨੂੰ ਦਿਖਾਈ ਦਿੰਦਾ ਹੈ ਉਹੀ ਰੱਬ ਨੂੰ ਦਿਖਾਈ ਦਿੰਦਾ ਹੈ। ਰੱਬ ਕਿਸੇ ਜੇ ਕੋਲ ਸਰੀਰ ਹੋਵੇ, ਜਵਾਨ ਹੋਵੇ, ਉਮਰ ਹੋਵੇ ਤਾਂ ਜ਼ਰੂਰ ਦੇਖੇ ਤਾਂ ਬੋਲੇ। ਉਹ ਸਾਡੇ ਤੁਹਾਡੇ ਸਾਰਿਆਂ ਵਿੱਚ ਹੈ। ਉਹ ਵੇਖਣਾ, ਸੁਣਨਾ, ਬੋਲਣਾ ਚਾਹੁੰਦਾ ਹੈ। ਉਹਦੀ ਚਾਹਤ ਨੂੰ ਖੰਭ ਦਿਓ। ਰੱਬ ਨੂੰ ਆਪਣੀ ਕਮਜ਼ੋਰੀ ਅਤੇ ਲਾਲਚ ਦੇ ਜੱਬ ਵਿੱਚ ਦਬਾ ਕੇ ਲੁਕੋ ਕੇ ਨਾ ਰੱਖੋ। ਰੱਬ ਨੂੰ ਜਗਾਈ ਰੱਖੋ। ਮਨੁੱਖ ਦਾ ਜਾਗਣਾ ਹੀ ਰੱਬ ਦਾ ਜਾਗਣਾ ਹੈ। ਮਨੁੱਖ ਦਾ ਬੋਲਣਾ ਹੀ, ਪੜ੍ਹਨਾ, ਸੁਣਨਾ, ਕਰਨਾ ਹੀ ਰੱਬ ਦਾ ਹੈ। ਹੋਰ ਰੱਬ ਮੜੀਆਂ ਮਸਾਣਾ, ਉਚਾਣਾ, ਨਿਵਾਣਾ, ਜੰਗਲਾਂ, ਭੋਰਿਆਂ, ਡੇਰਿਆਂ, ਅਸਮਾਨਾਂ ਵਿੱਚ ਆਸਣ ਲਈ ਨਹੀਂ ਬੈਠਾ। ਰੱਬ ਟੂਣਿਆਂ ਵਿੱਚ ਨਹੀਂ, ਰੱਬ ਪੁੱਠੇ ਲਟਕਣ ਵਿੱਚ ਨਹੀਂ, ਰੱਬ ਕੱਟੜਤਾ ਵਿੱਚ ਨਹੀਂ, ਰੱਬ ਊਚ ਨੀਚ, ਜਾਤ ਪਾਤ, ਸੱਚ ਝੂਠ ਵਿੱਚ ਤਾਂ ਬਿਲਕੁਲ ਹੀ ਨਹੀਂ। ਜੇ ਰੱਬ ਗੈਵੀ ਸ਼ਕਤੀ, ਸਰਬ ਕਲਾ ਸਮਰੱਥ ਹੈ ਤਾਂ ਉਹ ਮਨੁੱਖ ਅਤੇ ਕੁਦਰਤ ਦਾ ਮਿੱਤਰ ਹੋਣ ਵਿੱਚ ਹੈ। ਰੱਬ ਸਾਫ਼ ਪਾਣੀਆਂ ਵਿੱਚ ਹੈ, ਸ਼ੁੱਧ ਹਵਾ ਵਿੱਚ ਹੈ, ਬਿਰਖਾਂ ਦੀ ਛਾਂ ਵਿੱਚ ਹੈ, ਬਿਰਖ ਲਾਉਣ ਵਾਲਿਆਂ ਦੇ ਮੋਹ ਵਿੱਚ ਹੈ, ਹਿੰਮਤ ਦਲੇਰੀ ਵਿੱਚ ਹੈ, ਮੁਹੱਬਤ ਵਿੱਚ ਹੈ, ਭਾਈਚਾਰੇ ਵਿੱਚ ਹੈ, ਆਜ਼ਾਦੀ ਵਿੱਚ ਹੈ, ਨਿਰਭੈ ਵਿੱਚ ਹੈ, ਨਿਰਵੈਰ ਵਿੱਚ ਹੈ, ਸ਼ਬਦ ਵਿੱਚ ਹੈ, ਸੁਥਰੇ ਸੰਗੀਤ ਵਿੱਚ ਹੈ, ਇਮਾਨਦਾਰੀ ਵਿੱਚ ਹੈ। ਰੱਬ ਧੀ ਭੈਣ ਦੀ ਆਜ਼ਾਦੀ ਅਤੇ ਕਦਰ ਵਿੱਚ ਹੈ। ਰੱਬ ਮਨੁੱਖ ਦੀ ਤਰੱਕੀ, ਭਲਾਈ, ਸੁੱਖ ਸਹੂਲਤਾਂ ਲਈ ਕੁਝ ਨਵਾਂ ਖੋਜਦੇ ਰਹਿਣ ਵਿੱਚ ਹੈ। ਰੱਬ ਸ਼ਬਦ ਵਿੱਚ ਹੈ। ਰੱਬ ਚੰਗੀਆਂ ਕਿਤਾਬਾਂ ਵਿੱਚ ਹੈ। ਰੱਬ ਆਤਮ ਵਿਸ਼ਵਾਸ ਹੈ। ਰੱਬ ਤਰਕ ਨਾਲ ਸਫ਼ਰ ਕਰਦਾ ਹੈ। ਰੱਬ ਆਜ਼ਾਦ ਸੋਚ ਵਿੱਚ ਹੈ। ਰੱਬ ਕਰਮ ਕਾਂਡ ਤੋਂ ਮੁਕਤ ਹੈ। ਰੱਬ ਈਰਖਾ ਵਿੱਚ ਤਾਂ ਸਮਾਂ ਹੀ ਨਹੀਂ ਸਕਦਾ। ਰੱਬ ਪਖੰਡੀਆਂ ਦਾ ਬੂਹਾ ਖੜਕਾ ਹੀ ਨਹੀਂ ਸਕਦਾ। ਰੱਬ ਸਪੀਕਰਾਂ ਦਾ ਰੌਲਾ ਹੰਢਾ ਹੀ ਨਹੀਂ ਸਕਦਾ। ਰੱਬ ਆਪਣੇ ਨਾਂ ਉੱਤੇ ਪੈਸਾ ਕਮਾ ਹੀ ਨਹੀਂ ਸਕਦਾ। ਰੱਬ ਪੈਸੇ ਜਾਂ ਤੋਹਫੇ, ਭੇਟਾਂ ਲੈ ਕੇ ਕੰਮਕਾਰਾ ਨਹੀਂ ਕਰ ਸਕਦਾ। ਰੱਬ ਸਭ ਦੇਖਦਾ ਹੈ। ਅਸੀਂ ਤਾਂ ਕਹਿੰਦੇ ਹਾਂ ਕਿਉਂਕਿ ਰੱਬ ਹਰ ਮਨੁੱਖ ਵਿੱਚ ਹੈ। ਆਓ ਮਨੁੱਖ ਨੂੰ ਰੱਬ ਵਾਂਗ ਦੇਖੀਏ, ਮਨੁੱਖ ਨੂੰ ਰੱਬ ਮੰਨ ਕੇ ਸਮਝੀਏ। ਰੱਬ ਦੇਖ ਕੇ ਅਣਦੇਖਿਆ ਕਰੇਗਾ ਤਾਂ ਰੱਬ ਦੀ ਹੋਂਦ ਨੂੰ ਖਤਰਾ ਹੈ। ਰੱਬ ਸਿਰਫ ਬੋਲਦਾ ਹੀ ਨਹੀਂ, ਉਹ ਸੁਣਦਾ ਵੀ ਬਹੁਤ ਸੋਹਣਾ ਹੈ। ਰੱਬ ਫੈਸਲਾ ਕਰਦਾ ਹੈ, ਪੱਖਪਾਤ ਨਹੀਂ। ਰੱਬ ਹੱਥ ਉੱਤੇ ਹੱਥ ਧਰ ਕੇ ਵਿਹਲਾ ਬੈਠੇਗਾ ਤਾਂ ਦੁਨੀਆ ਦਾ ਕੀ ਬਣੇਗਾ? ਇਹ ਸਭ ਨੂੰ ਵੇਖਣਾ ਅਸੀਂ ਹੈ, ਇਹ ਸਭ ਕਰਨਾ ਅਸੀਂ ਹੈ, ਕਿਉਂਕਿ ਰੱਬ ਸਾਡੇ ਵਿੱਚ ਹੀ ਹੈ। ਅਸੀਂ ਬਹਾਨਾ ਨਹੀਂ ਲਾ ਸਕਦੇ। ਬਹਾਨਾ ਲਾ ਕੇ ਪਾਸੇ ਤਾਂ ਹੋ ਸਕਦੇ ਹਾਂ, ਪਰ ਸੁਰਖਰੂ ਨਹੀਂ ਹੋ ਸਕਦੇ। ਕਿਸੇ ਵੀ ਕਿਸਮ ਦਾ ਨਿਕੰਮਾਪਣ ਹਰ ਮਨੁੱਖ ਨੂੰ ਸਤਾਉਂਦਾ ਹੈ, ਲਾਹਨਤ ਤਾਂ ਪਾਉਂਦਾ ਹੈ। ਜਿਹੜੇ ਨਿਕੰਮੇਪਣ ਨੂੰ ਸੁਧਾਰ ਲੈਂਦਾ ਹੈ ਉਹ ਖੁਸ਼ੀ ਅਤੇ ਸਕੂਨ ਪਾ ਲੈਂਦਾ ਹੈ। ਉਹ ਆਪਣੇ ਰੱਬ ਦੇ ਨੇੜੇ ਹੋ ਜਾਂਦਾ ਹੈ, ਕਿਉਂਕਿ ਸੁਣਿਆ ਹੈ ਕਿ ਰੱਬ ਦੀ ਪ੍ਰਾਪਤੀ ਖੁਸ਼ੀ ਅਤੇ ਸਕੂਨ ਦਿੰਦੀ ਹੈ। ਇਹ ਗੱਲਾਂ ਮੈਂ ਮਨਘੜੰਤ ਨਹੀਂ ਬਣਾਈਆਂ। ਇਹੀ ਤਾਂ ਦੱਸਦੇ, ਸਮਝਾਉਂਦੇ ਅਤੇ ਬਿਆਨ ਦਿੰਦੇ ਹਨ ਨੇ ਸਾਨੂੰ ਸਾਡੇ ਵੇਦ, ਪੁਰਾਣ, ਰਾਮਾਇਣ, ਗੀਤਾ, ਬਾਈਬਲ, ਕੁਰਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਅਸੀਂ ਸਮਝਦੇ ਹੀ ਨਹੀਂ, ਬਸ ਜਿਸ ਦਿਨ ਸਮਝ ਗਏ ਉਸ ਦਿਨ ਅਸੀਂ ਧਰਤੀ ਦੇ ਸਾਊ ਪੁੱਤ ਬਣ ਜਾਵਾਂਗੇ। ਪੰਜਾਬੀ ਦਾ ਇੱਕ ਬਹੁਤ ਹੀ ਜ਼ਹੀਨ, ਸੂਖਮ, ਬੁੱਧੀਮਾਨ ਲੇਖਕ ਤੇ ਕਵੀ ਜਸਵੰਤ ਸਿੰਘ ਜਫਰ ਲਿਖਦਾ ਹੈ, ਅਸੀਂ ਤਾਂ ਜੀਵਤ ਸੰਸਾਰ ਦੇ ਜਾਂ ਛੋਟੇ ਜਿਹੇ ਪਸਾਰ ਦੇ ਕੇਂਦਰ ਹੋਣ ਦੇ ਭਰਮ ਕਰਦੇ ਹਾਂ। ਕੇਂਦਰ ਬਣਨ ਲਈ ਕਰਮ ਕਰਦੇ ਹਾਂ, ਕੇਂਦਰ ਹੀ ਰਹਿਣਾ ਲੋਚਦੇ ਹਾਂ। ਇਸੇ ਤਰ੍ਹਾਂ ਹੀ ਸੋਚਦੇ ਹਾਂ ਕਿ ਬਸ ਹੰਕਾਰ, ਲੋਭ ਤੇ ਕ੍ਰੋਧ ਦੀ ਕਾਕਟੇਲ ਪੀਂਦੇ ਹਾਂ। ਮਰਨੋਂ ਬਹੁਤ ਡਰਦੇ ਹਾਂ, ਪਰ ਕਹਿ ਨਹੀਂ ਸਕਦੇ ਕਿ ਜੀਂਦੇ ਹਾਂ। ਜੇ ਅਸੀਂ ਧਰਤੀ ਮਾਂ ਦੇ ਜਿਉਣ ਜੋਗੇ ਪੁੱਤੀਆਂ ਬਣਨਾ ਹੈ, ਪਰ ਅਸੀਂ ਜਿਉਣ ਜੋਗੇ ਧੀਆਂ ਪੁੱਤ ਬਣਨ ਦੀ ਜਗ੍ਹਾ ਬਹੁਤ ਵਾਰੀ ਮੋਏ ਜਿਹੇ ਵਤੀਰੇ ਨਾਲ ਆਪਣੀ ਕਿਸਮਤ ਨੂੰ ਦੋਸ਼ ਦੇ ਕੇ, ਕੋਸ਼ਿਸ਼ ਦੇ ਬੱਲਬ ਬੰਦ ਕਰਕੇ ਨਿਰਾਸ਼ਾ ਦੇ ਹਨੇਰੇ ਵਿੱਚ ਚੌਂਕੜੀ ਮਾਰ ਕੇ ਬਹਿ ਜਾਂਦੇ ਹਾਂ। ਚੌਂਕੜੀ ਮਾਰ ਕੇ ਬੈਠਣ ਨਾਲ ਸਫ਼ਰ ਤੈਅ ਨਹੀਂ ਹੁੰਦੇ। ਕਿਸਮਤ ਨੂੰ ਆਕਸੀਜਨ ਮੰਨ ਕੇ ਟੈਨਸ਼ਨ ਦੇ ਸਾਹ ਲੈਣ ਵਾਲੇ ਖੁਸ਼ੀਆਂ ਤੇ ਪ੍ਰਾਪਤੀਆਂ ਦੀ ਉਮਰਾਂ ਨਹੀਂ ਹੰਢਾਉਂਦੇ। ਮੇਰੀ ਤਾਂ ਕਿਸਮਤ ਹੀ ਖਰਾਬ ਹੈ, ਉਹ ਚੰਗੇ ਭਾਗਾਂ ਵਾਲਾ ਹੈ। ਸਾਡੇ ਤਾਂ ਲੇਖ ਹੀ ਮਾੜੇ ਹਨ।
ਇਹ ਸ਼ਬਦ ਦੀ ਵਰਤੋਂ ਜ਼ਿੰਦਗੀ ਵਿੱਚ ਹਰ ਕੋਈ ਕਰਦਾ ਹੈ, ਕੋਈ ਵੱਧ ਕੋਈ ਘੱਟ, ਕੋਈ ਸਾਰੀ ਉਮਰ ਹੀ ਇਹ ਡਾਇਲੌਗ ਬੋਲਦੇ ਹਨ। ਬੋਲਦੇ ਹੀ ਬਿਨਾਂ ਕੁਝ ਹਾਸਲ ਕੀਤੇ ਜਹਾਨ ਤੋਂ ਕੂਚ ਕਰ ਜਾਂਦੇ ਹਨ। ਪਰ ਜਿਹੜੇ ਇਹਨਾਂ ਗੱਲਾਂ ਤੋਂ ਖਹਿੜਾ ਛੁਡਾ ਕੇ ਇੱਕ ਕੱਕੇ ਨੂੰ ਸਾਫ਼ ਕਰਕੇ, ਮਤਲਬ ਕਿਸਮਤ ਦੇ ਡਾਇਲੌਗ ਤੇ ਲੀਟ ਮਾਰ ਕੇ 5 ਕੱਕੇ ਫੜ ਲੈਂਦੇ ਹਨ, ਮਤਲਬ ਕਲਾ, ਕੋਸ਼ਿਸ਼, ਕਾਰਜ, ਕਰਤੱਵ ਤੇ ਕਾਬਲੀਅਤ ਨੂੰ ਅਪਣਾ ਲੈਂਦੇ ਹਨ, ਉਹ ਇਹ ਸਾਬਤ ਕਰ ਦਿੰਦੇ ਹਨ ਕਿ ਮਨੁੱਖ ਕਿਸਮਤ ਨੂੰ ਲਿਖਦਾ ਹੈ, ਕਿਸਮਤ ਮਨੁੱਖ ਨੂੰ ਨਹੀਂ ਸਿਰਜਦੀ। ਸ੍ਰੀ ਰਾਮਚੰਦਰ ਜੀ ਨੇ ਬਨਵਾਸ ਕਬੂਲ ਕੀਤਾ ਸੀ, ਉਹਨਾਂ ਦੀ ਕਿਸਮਤ ਵਿੱਚ ਬਨਵਾਸ ਨਹੀਂ ਸੀ ਲਿਖਿਆ। ਕੌਰਵਾਂ ਨੇ ਆਪਣੀ ਹਿਊਮੇ ਨਾਲ ਮਾਹੌਲ ਹੀ ਐਸਾ ਬਣਾ ਦਿੱਤਾ ਕਿ ਯੁੱਧ ਆਰੰਭ, ਮਹਾਭਾਰਤ ਹੋਇਆ। ਗੁਰੂ ਨਾਨਕ ਦੇਵ ਜੀ ਨੂੰ 4 ਉਦਾਸੀਆਂ ਦੇ ਰਾਹ ਕਿਸਮਤ ਨੇ ਨਹੀਂ ਪਾਇਆ ਸੀ, ਸਗੋਂ ਇਹ ਰਾਹ ਨੂੰ ਗੁਰੂ ਨਾਨਕ ਦੇਵ ਜੀ ਨੇ ਖੁਦ ਚੁਣਿਆ ਸੀ ਅਤੇ ਚਮਕਾਇਆ ਸੀ। ਗੁਰੂ ਨਾਨਕ ਤਾਂ ਕਿਸਮਤ ਅਤੇ ਕਰਾਮਾਤ ਨੂੰ ਮੰਨਦੇ ਹੀ ਨਹੀਂ ਸਨ। ਗੁਰੂ ਤੇਗ ਬਹਾਦਰ ਜੀ ਦੀ ਕਿਸਮਤ ਵਿੱਚ ਸ਼ਹੀਦੀ ਨਹੀਂ ਸੀ ਲਿਖੀ, ਗੁਰੂ ਜੀ ਸ਼ਹੀਦੀ ਆਪ ਚੁਣੀ ਸੀ। ਇਤਿਹਾਸ ਗਵਾਹ ਹੈ, ਗੁਰੂ ਚੁਣ ਕਰਕੇ ਵੀ ਵੱਡਾ ਹੁੰਦਾ ਹੈ। ਗੁਰੂ ਰਾਹ ਚਾਹੁੰਦਾ ਹੈ, ਗੁਰੂ ਰਾਹ ਵਿਖਾਉਂਦਾ ਹੈ। 1947 ਦੀ ਵੰਡ ਤੇ 1984 ਦੇ ਦੰਗੇ ਕਿਸਮਤ ਦੇ ਕਾਰੇ ਨਹੀਂ ਸਨ, ਇਹ ਸਿਆਸਤ ਦੀਆਂ ਕਾਲੀਆਂ ਕਰਤੂਤਾਂ ਸਨ। ਕੁੱਖਾਂ ਵਿੱਚ ਭਰੂਣ ਦਾ ਕਤਲ ਭਰੂਣ ਦੀ ਕਿਸਮਤ ਨਹੀਂ, ਸਗੋਂ ਇਨਸਾਨਾਂ ਦੀ ਰਾਖਸ਼ੀ ਕਾਰਾ ਹੈ। ਕਿਸਮਤ ਜੇਕਰ ਅਰਥ ਅਤੇ ਹੋਂਦ ਰੱਖਦੀ ਹੁੰਦੀ ਤਾਂ 33 ਕਰੋੜ ਦੇਵੀ ਦੇਵਤੇ, ਗੁਰੂਆਂ, ਪੀਰਾਂ, ਫਕੀਰਾਂ, ਪੂਜਾ, ਹਵਨ, ਜੱਗ, ਵਰਤ ਦੀ ਧਰਤੀ ਭਾਰਤ ਉੱਤੇ ਔਰ ਸ਼ਰਮਨਾਕ, ਹਿੰਸਕ ਅਤੇ ਗੈਰ ਕੁਦਰਤੀ ਤੇ ਭਿਆਨਕਾਂ ਨਾ ਵਾਪਰਦਾ ਜੋ ਵਾਪਰਿਆ ਅਤੇ ਵਾਪਰ ਰਿਹਾ ਹੈ। ਜ਼ਿੰਦਗੀ ਦੇ ਵਿੱਚ ਰੰਗ ਕਿਸਮਤ ਨਹੀਂ, ਸਗੋਂ ਸਾਡੀ ਸੋਚ ਭਰਦੀ ਹੈ। ਸਾਡਾ ਇਰਾਦਾ ਹੀ ਸਾਡੀ ਮੰਜ਼ਿਲ ਨਿਸ਼ਚਿਤ ਕਰਦੀ ਹੈ। ਪੱਤਰੀਆਂ ਦੇ ਗ੍ਰਹਿ ਚੱਕਰ ਜਾਂ ਹੱਥ ਮੱਤੇ ਦੀਆਂ ਲਕੀਰਾਂ ਕਿਸਮਤ ਦੀਆਂ ਸਿਰਜਕ ਨਹੀਂ ਹਨ। ਜੇ ਪੱਤਰੀਆਂ ਜਾਂ ਲਕੀਰਾਂ ਜ਼ਿੰਦਗੀ ਦੀ ਰੂਪ ਰੇਖਾ ਜਾਂ ਤਸਵੀਰ ਘੜਦੀਆਂ ਹੁੰਦੀਆਂ ਤਾਂ ਨਜੂਮੀਆਂ, ਜੋਤਸ਼ੀਆਂ ਤੇ ਰਾਸ਼ੀਫਲ ਦੱਸਣ ਵਾਲਿਆਂ ਨੇ ਪਹਿਲਾਂ ਖੁਦ ਦਾ ਵਰਤਮਾਨ ਤੇ ਭਵਿੱਖ ਸਮਾਰਨਾ ਸੀ। ਕੀ ਕੋਈ ਭਵਿੱਖ ਦੱਸਣ ਵਾਲਾ ਜਾਂ ਗ੍ਰਹਿ ਉਪਾਏ ਕਰਨ ਵਾਲਾ ਅੱਜ ਤੱਕ ਆਪਣੀ ਮੌਤ ਦਾ ਭਵਿੱਖਬਾਣੀ ਕਰ ਸਕਿਆ ਜਾਂ ਆਪਣੀ ਮੌਤ ਨੂੰ ਟਾਲ ਸਕਿਆ? ਕੀ ਨਜੂਮੀ, ਜੋਤਸ਼ੀ, ਰਾਸ਼ੀਫਲ ਦੱਸਣ ਵਾਲੇ ਆਪਣੇ ਘਰਾਂ ਵਿੱਚ ਬਿਮਾਰੀ, ਦੁੱਖ, ਕਲੇਸ਼ ਦੂਰ ਕਰ ਸਕੇ? ਕਿਸਮਤ ਦੇ ਪਿੱਛੇ ਲੱਗ ਕੇ ਆਪਣੇ ਸੁਪਨਿਆਂ ਦਾ ਕਤਲ ਨਾ ਕਰੋ। ਕਿਸਮਤ ਤੇ ਯਕੀਨ ਕਰਕੇ ਸੁਪਨਿਆਂ ਦੇ ਬੀਜ ਲੁਕੋ ਕੇ ਨਾ ਰੱਖੋ। ਪੰਜਾਬੀ ਦੇ ਇਨਕਲਾਬ ਕਵੀ ਪਾਸ਼ ਦਾ ਕਹਿਣਾ ਹੈ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸੁਪਨਿਆਂ ਨੂੰ ਜਿਉਂਦੇ ਰੱਖਣ ਵਾਲੇ ਤੇ ਸੁਪਨੇ ਬੀਜਣ ਵਾਲੇ ਹਨੇਰੇ ਵਕਤਾਂ ਨੂੰ ਵੀ ਲਿਸ਼ਕਾਣ ਲਾਉਂਦੇ ਹਨ। ਮਿੱਤਰੋ, ਵਕਤ ਅਤੇ ਕੁਦਰਤ ਕਿਸਮਤ ਦੇ ਗੁਲਾਮ ਨਹੀਂ, ਅਸੀਂ ਵਕਤ ਅਤੇ ਕੁਦਰਤ ਦਾ ਅਹਿਮ ਹਿੱਸਾ ਹਾਂ। ਦਰਅਸਲ ਅਸੀਂ ਜਦ ਕਿਸਮਤ ਦੇ ਸਿਰ ਇਲਜ਼ਾਮ ਧਰਦੇ ਹਾਂ ਤਦ ਅਸੀਂ ਖੁਦ ਨੂੰ ਹਾਰ ਮੰਨ ਕੇ ਹੱਥ ਖੜੇ ਕਰ ਦਿੰਦੇ ਹਾਂ। ਬੇਹਿੰਮਤੀ, ਅੱਕਣਾ, ਥੱਕਣਾ, ਕੰਮ ਕਰਨ ਵਿੱਚ ਦਿਲਚਸਪੀ ਨਾ ਹੋਣਾ, ਆਲਸ ਤੇ ਚਮਤਕਾਰ ਹੋਣ ਦਾ ਯਕੀਨ ਹੀ ਸਾਡੇ ਤੋਂ ਕਿਸਮਤ ਦੇ ਚੰਗਾ ਮਾੜਾ ਹੋਣ ਦੀਆਂ ਗੱਲਾਂ ਕਰਵਾਉਂਦਾ ਹੈ। ਮੈਨੂੰ ਬਹੁਤ ਵਿਸ਼ਵਾਸ ਹੈ ਕਿ ਤੁਸੀਂ ਖੁਦ ਨੂੰ ਸਮਝੋਗੇ, ਫਿਰ ਲੋਕ ਤੁਹਾਨੂੰ ਸਮਝਣਗੇ। ਮੈਂ ਕਦੇ ਨਹੀਂ ਕਿਹਾ ਤੇ ਨਾ ਹੀ ਕਹਾਂਗਾ ਕਿ ਲੋਕ ਮੈਨੂੰ ਸਮਝਦੇ ਹੀ ਨਹੀਂ। ਦਰਅਸਲ ਜਿਨ੍ਹਾਂ ਨੂੰ ਮੈਂ ਸਮਝਾ ਨਹੀਂ ਸਕਦਾ ਉਹ ਮੈਨੂੰ ਨਹੀਂ ਸਮਝਦੇ। ਮੈਂ ਜਿਨ੍ਹਾਂ ਨਾਲੋਂ ਖੁਦ ਨੂੰ ਤੋੜ ਕੇ ਰੱਖਦਾ ਹਾਂ ਉਹ ਮੈਨੂੰ ਨਹੀਂ ਸਮਝਦੇ। ਮੈਂ ਜਿਨ੍ਹਾਂ ਦੀ ਹਰ ਗੱਲ ਦੀ ਹਾਮੀ ਨਹੀਂ ਭਰਦਾ ਉਹ ਮੈਨੂੰ ਵੀ ਨਹੀਂ ਸਮਝਣਗੇ। ਕੱਟੜ ਤੇ ਅੰਧ ਵਿਸ਼ਵਾਸੀ ਮੈਨੂੰ ਨਹੀਂ ਸਮਝਣਗੇ। ਜੇ ਮੇਰੀ ਸਮਝ ਕਿਸੇ ਦਾ ਨੁਕਸਾਨ ਨਹੀਂ ਕਰਦੀ ਤੇ ਮੈਨੂੰ ਕੋਈ ਅਫਸੋਸ ਨਹੀਂ ਤੇ ਮੈਨੂੰ ਕੋਈ ਕਿਉਂ ਨਹੀਂ ਸਮਝਦਾ। ਹਾਂ, ਜੇ ਮੈਨੂੰ ਕੋਈ ਨਹੀਂ ਸਮਝਦਾ ਤਾਂ ਹੋ ਸਕਦਾ ਹੈ ਕਿ ਮੈਨੂੰ ਸਮਝਾਉਣਾ ਹੀ ਨਾ ਆਉਂਦਾ ਹੋਵੇ। ਕਿਉਂ ਜੀ? ਕੀ ਤੁਹਾਨੂੰ ਕਦੀ ਇਸ ਸਵਾਲ ਦਾ ਸਾਹਮਣਾ ਕਰਨਾ ਪਿਆ ਹੈ ਕਿ ਲੋਕ ਤੁਹਾਨੂੰ ਸਮਝਦੇ ਨਹੀਂ? ਗੱਲ ਕਰਨ ਦਾ ਅਤੇ ਸਮਝਾਉਣ ਦਾ ਵੱਲ ਹੋਵੇ ਤਾਂ ਰੁੱਖ ਅਤੇ ਫੁੱਲ ਤੁਹਾਡੇ ਹਾਣੀ ਹੋ ਜਾਂਦੇ ਹਨ। ਤੁਹਾਡੇ ਵਿਵਹਾਰਿਕ ਤਰਕ, ਇਰਾਦੇ ਅਤੇ ਪਹੁੰਚ ਨੇ ਤੈਅ ਕਰਨਾ ਹੈ ਕਿ ਤੁਹਾਨੂੰ ਸਮਝਿਆ ਜਾਵੇ ਜਾਂ ਨਾ। ਸਮਝ ਆਉਣਾ ਅਤੇ ਸਹਿਮਤ ਹੋਣਾ ਅਲੱਗ ਗੱਲਾਂ ਨੇ। ਜਿਸ ਨੇ ਇਹ ਮਿੱਥ ਕੇ ਲਿਆ ਹੈ ਕਿ ਉਹ ਤੁਹਾਡੀ ਗੱਲ ਨੂੰ ਸਮਝੇਗਾ ਨਹੀਂ ਤੇ ਉਹ ਨਹੀਂ ਸਮਝਣ ਦਾ ਹੀ ਡਰਾਮਾ ਕਰੇਗਾ, ਪਰ ਸਮਝ ਜ਼ਰੂਰ ਜਾਵੇਗਾ, ਹਾਂ ਮੰਨੇਗਾ ਨਹੀਂ। ਜ਼ਰੂਰੀ ਨਹੀਂ ਕਿ ਤੁਹਾਨੂੰ ਜਿਸਨੂੰ ਤੁਹਾਡੀ ਗੱਲ ਸਮਝ ਆਵੇ ਉਹ ਤੁਹਾਡੇ ਨਾਲ ਸਹਿਮਤ ਵੀ ਹੋਵੇ। ਹਾਂ, ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ ਕਿ ਜਿਸ ਨੇ ਤੁਹਾਨੂੰ ਦਿਮਾਗ ਨਾਲ ਪਰਿਵਰਤਨ ਲਈ ਸਮਝਿਆ ਹੈ ਅਸਲ ਵਿੱਚ ਉਹ ਹੀ ਧੁਰ ਅੰਦਰੋਂ ਤੁਹਾਡੇ ਨਾਲ ਸਹਿਮਤ ਹੋਵੇ।
ਬਿਨਾਂ ਦੱਸਿਆਂ ਪੁੱਛਿਆਂ, ਬਿਨ ਬੋਲੇ ਸੁਣੇ ਬਗੈਰ ਪੜ੍ਹੇ ਲਿਖੇ ਕੋਈ ਨਹੀਂ ਸਮਝਦਾ। ਦਰਅਸਲ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਇਸ ਗੱਲ ਦਾ ਹੀ ਅਟਕੀਆਂ ਲਟਕੀਆਂ ਅਤੇ ਜਿਉਂ ਦੀਆਂ ਤਿਉਂ ਰਹਿੰਦੀਆਂ ਹਨ ਕਿ ਅਸੀਂ ਪਹਿਲਾਂ ਹੀ ਫੈਸਲਾ ਕਰ ਲੈਂਦੇ ਹਾਂ ਕਿ ਸਾਨੂੰ ਜਾਂ ਸਾਡੀ ਗੱਲ ਨੂੰ ਕੋਈ ਸਮਝੇਗਾ ਨਹੀਂ। ਇਹੀ ਗੱਲ ਇੱਕ ਤੋਂ ਦੋ, ਦੋ ਤੋਂ ਜਨ, ਸਮੂਹ ਅਤੇ ਦੇਸ਼ ਉੱਤੇ ਢੁਕਦੀ ਹੈ। ਸਾਨੂੰ ਨਾ ਸਮਝਣ ਕਰਕੇ ਲੋਕ ਕਹਿਣ ਲੱਗ ਜਾਂਦੇ ਹਨ ਕਿ ਇਸ ਦਾ ਕੁਝ ਨਹੀਂ ਹੋ ਸਕਦਾ। ਫਿਰ ਅਸੀਂ ਵੀ ਪਿੱਛੇ ਨਹੀਂ ਰਹਿੰਦੇ ਕਿ ਅਸੀਂ ਕਹਿਣ ਲੱਗ ਜਾਂਦੇ ਹਾਂ ਕਿ ਇਸ ਦੇਸ਼ ਦਾ ਕੁਝ ਨਹੀਂ ਹੋ ਸਕਦਾ। ਮੇਰੇ ਜਿਹਾ ਨੇ ਖੁਦ ਕੁਝ ਕਰਨਾ ਨਹੀਂ ਹੁੰਦਾ ਤੇ ਦੋਸ਼ ਮੜਨਾ ਹੁੰਦਾ ਕਿਸੇ ਦੂਜੇ ਉੱਤੇ। ਦੂਜੇ ਤੇ ਨੇ ਦੋਸ਼ ਦਿੱਤੇ। ਇਹਨਾਂ ਵਿੱਚੋਂ ਅਸੀਂ ਕਦੇ ਪਹਿਲੇ ਹੁੰਦੇ ਹਾਂ ਅਤੇ ਕਦੇ ਦੂਜੇ। ਮਿੱਤਰ ਜੀ, ਦੇਸ਼ ਦਾ ਕੁਝ ਬਣਨਾ ਕਿਸਨੇ ਹੈ? ਮੰਤਰੀਆਂ ਨੇ, ਅਫਸਰਾਂ ਨੇ, ਵਕੀਲਾਂ ਨੇ, ਅਧਿਆਪਕਾਂ ਨੇ, ਵਪਾਰੀਆਂ ਨੇ ਜਾਂ ਗ੍ਰਾਹਕਾਂ ਨੇ, ਕਿਸਾਨਾਂ ਨੇ, ਮਜ਼ਦੂਰਾਂ ਨੇ, ਬਾਕੀਆਂ ਨੇ। ਤੇ ਅਸੀਂ ਕੀ ਕਰਨਾ ਹੈ? ਮੰਤਰੀ, ਅਫਸਰ, ਜੱਜ, ਵਕੀਲ, ਅਧਿਆਪਕ, ਕਲਰਕ, ਚਪੜਾਸੀ, ਲੇਖਕ, ਕਲਾਕਾਰ, ਮਜ਼ਦੂਰ ਆਦਿ ਆਦਿ ਆਦਿ। ਇਹ ਕਿੱਥੋਂ ਆਉਂਦੇ ਨੇ? ਇਹ ਕਿਹਨਾਂ ਵਿੱਚੋਂ ਨੇ? ਮੈਂ, ਤੂੰ, ਅਸੀਂ, ਤੁਸੀਂ, ਆਹ, ਉਹ ਹੀ ਤਾਂ ਹਾਂ ਇਹ ਸਭ। ਜੇ ਮੈਂ ਜਾਂ ਤੁਸੀਂ ਕੁਝ ਨਹੀਂ ਕਰਦੇ, ਜੇ ਅਸੀਂ ਗੈਰ ਜ਼ਿੰਮੇਵਾਰ ਹਾਂ ਤਾਂ ਫਿਰ ਸਾਡੇ ਤੇ ਸਾਡੇ ਦੇਸ਼ ਦਾ ਬੜਾ ਕੁਝ ਬਣ ਸਕਦਾ ਹੈ ਜੇ ਅਸੀਂ ਜਵਾਬਦੇਹ, ਜ਼ਿੰਮੇਵਾਰ, ਸਮਰਪਿਤ, ਸੁਧਾਰਕ, ਪ੍ਰਬੰਧਕ, ਸੰਜੀਦਾ ਅਤੇ ਸਿਆਣੇ ਹੋ ਜਾਈਏ। ਧਰਤੀ ਉੱਤੇ, ਧਰਤੀ ਤੋਂ ਉੱਪਰ ਸਪੇਸ ਵਿੱਚ ਜਿਨ੍ਹਾਂ ਮੁਲਕਾਂ ਦਾ ਵੀ ਕੁਝ ਬਣਿਆ ਜਾਂ ਜਿਨ੍ਹਾਂ ਮੁਲਕਾਂ ਨੇ ਤਰੱਕੀ ਕੀਤੀ ਹੈ, ਉਹਨਾਂ ਨੇ ਆਪਣੇ ਜ਼ਿੰਮੇਵਾਰ, ਲਿਆਕਤ ਵਾਲੇ, ਹੁਨਰਮੰਦ, ਤਰੱਕੀ ਪਸੰਦ ਅਤੇ ਕੁਝ ਸੋਹਣਾ ਨਵਾਂ ਕਰਨ ਦੀ ਇੱਛਾ ਰੱਖਣ ਵਾਲੇ ਨਾਗਰਿਕਾਂ ਕਰਕੇ ਹੀ ਕੀਤੀ ਹੈ। ਸਾਡੇ ਦੇਸ਼ ਦੀਆਂ ਵੀ ਅਨੇਕ ਗੌਰਵਮਈ ਪ੍ਰਾਪਤੀਆਂ ਸੋਹਣੀ ਸੋਚ ਵਾਲੇ ਨਾਗਰਿਕ ਹੀ ਕਰਕੇ ਹੀ ਹਨ। ਸੋਹਣੀ ਸੋਚ ਵਾਲੇ ਵੱਖਰੇ ਨਹੀਂ ਜੰਮਦੇ, ਪਰ ਉਹ ਪਲਦੇ ਵੱਖਰੇ ਸੋਚਦੇ ਹਨ। ਸੋਹਣਾ ਇਨਸਾਨ ਬਣਨ ਵਿੱਚ ਧਨ ਨਹੀਂ, ਮਨ ਮਦਦ ਕਰਦਾ ਹੈ। ਸੋਹਣੀ ਸੋਚ ਵਾਲੇ ਸੋਹਣਾ ਕਰਨ ਵਿੱਚ ਯਕੀਨ ਰੱਖਦੇ ਹਨ। ਸੋਹਣੀ ਸੋਚ ਵਾਲੇ ਅੱਖਾਂ ਕੰਨ ਮੀਚ ਕੇ ਹੀ ਹਾਂ ਜੀ ਨਹੀਂ ਕਰਦੇ। ਸੋਹਣੀ ਸੋਚ ਵਾਲੇ ਸਿਰਫ ਬੋਲਦੇ ਹੀ ਨਹੀਂ, ਸੋਹਣੀ ਸੋਚ ਵਾਲੇ ਸਿਰਫ ਇਲਜ਼ਾਮ ਹੀ ਨਹੀਂ ਲਾਉਂਦੇ, ਉਹ ਖੁਦ ਦੀ ਵੀ ਛਾਣਬੀਣ ਕਰਦੇ ਹਨ। ਸੋਹਣੀ ਸੋਚ ਵਾਲਾ ਜੇ ਇਹ ਕਹੇਗਾ, ਇਉਂ ਸੋਚੇਗਾ ਵੀ ਜ਼ਰੂਰ। ਗੰਦਗੀ ਬਹੁਤ ਹੈ, ਫੈਲਾਉਂਦਾ ਕੌਣ ਹੈ? ਰਿਸ਼ਵਤਖੋਰੀ ਬਹੁਤ ਹੈ, ਦਿੰਦਾ ਕੌਣ ਹੈ? ਸੜਕਾਂ ਤੇ ਤਾਂ ਮੌਤ ਹੀ ਤੁਰੀ ਫਿਰਦੀ ਹੈ, ਤੁਸੀਂ ਜੀਵਨ ਤੁਰਦਾ ਦਿਖਾਉਣ ਲਈ ਕੀ ਕਰ ਰਹੇ ਹੋ? ਮਾਤ ਭਾਸ਼ਾ ਰੁਲ ਰਹੀ ਹੈ, ਕੀ ਕਰ ਰਹੇ ਉਹ ਸਾਂਭਣ ਲਈ? ਤਕੜੇ ਦੀ ਸੱਤੀ ਵੀ 100, ਮਾੜੇ ਨੂੰ ਦੋ ਦੀ ਚਾਰ ਕਰਨਾ ਸਿਖਾ ਦਿਓ। ਲੋਕਾਂ ਦੀ ਕਹਿਣੀ ਹੋਰ ਤੇ ਕਰਨੀ ਹੋਰ। ਅੱਛਾ, ਆਪਣੀ ਲੀਡਰਾਂ ਨੇ ਕਰਪਟ ਨੇ ਸਾਡੇ। ਲੀਡਰ ਬਣਾਏ ਕਿਸਨੇ ਨੇ? ਖੁਦ ਤੋਂ ਜਵਾਬ ਮੰਗਿਆ ਕਰੋ, ਬਹੁਤ ਮਸਲੇ ਹੱਲ ਹੋ ਜਾਣਗੇ। ਸੋਹਣਾ ਵੇਖਣਾ ਮੰਨਣ ਲਈ, ਬੁਰੇ ਨੂੰ ਬਦਲਣ ਲਈ ਖੁਦ ਸਾਨੂੰ ਬਦਲਣਾ ਪੈਣਾ ਹੈ। ਖੁਦ ਨੂੰ ਬਦਲ ਕੇ ਹੀ ਅਸਾ ਪਾਸਾ ਬਦਲਿਆ ਜਾ ਸਕਦਾ ਹੈ। ਜੇ ਅਸੀਂ ਖੁਦ ਖੁਸ਼ ਰਹਿਣ ਲਈ ਅਤੇ ਸੋਹਣਾ ਜੀਵਨ ਜਿਉਣਾ ਚਾਹੁੰਦੇ ਹਾਂ ਤਾਂ ਸਾਨੂੰ ਹੀ ਹਾਂ ਮੁਖੀ ਵਤੀਰਾ ਅਪਣਾਉਣਾ ਪਵੇਗਾ। ਅਸੀਂ ਵੀ ਬਹੁਤ ਮਾੜੀਆਂ ਆਦਤਾਂ ਦੇ ਮਾਲਕ ਹਾਂ। ਕਿਹੜੀਆਂ ਦੇ ਇਹ ਪਤਾ ਕਰੋ। ਸਾਡੇ ਵੀ ਸੁਭਾਅ ਵਿੱਚ ਖਰਾਬੀਆਂ ਹਨ, ਕੀ ਲੱਭਣੀਆਂ ਸ਼ੁਰੂ ਕਰੋ। ਖੁਦ ਵੱਲ ਧਿਆਨ ਦੇਣਾ ਸ਼ੁਰੂ ਕਰੋਗੇ ਤਾਂ ਪਰਿਵਰਤਨ ਜ਼ਰੂਰ ਹੋਵੇਗਾ। ਖੁਦ ਨੂੰ ਪਿਆਰ ਕਰੋਗੇ ਤਾਂ ਕੁਦਰਤ ਅਤੇ ਮਨੁੱਖਤਾ ਨਾਲ ਆਪੇ ਪਿਆਰ ਹੋ ਜਾਵੇਗਾ। ਖੁਦ ਦਾ ਸਤਿਕਾਰ ਕਰੋਗੇ ਤਾਂ ਦੇਸ਼ ਅਤੇ ਲੋਕ ਦੇ ਸਤਿਕਾਰ ਪੈਦਾ ਹੋ ਜਾਵੇਗਾ। ਇਹ ਸਤਿਕਾਰ ਤੁਹਾਨੂੰ ਬੁਰਾਈ ਖਿਲਾਫ ਖੜਨ ਦੀ ਹਿੰਮਤ ਦੇਵੇਗਾ। ਖੁਦ ਦੇ ਗੁਣ ਪਹਿਚਾਨ ਲਵੋਗੇ ਤਾਂ ਗੁਣ ਵੰਡਣ ਲੱਗ ਜਾਵੋਗੇ ਤੇ ਗੁਣ ਖੋਜਣ ਲੱਗ ਜਾਵੋਗੇ। ਜਿਸ ਦਿਨ ਖੁਦ ਨੂੰ ਆਈ ਲਵ ਯੂ ਕਹਿਣਾ ਆ ਗਿਆ ਤਾਂ ਉਸ ਦਿਨ ਮਾਂ-ਬਾਪ ਨਾਲ ਗਿਲੇ ਸ਼ਿਕਵੇ ਮਿਟ ਜਾਣਗੇ। ਉਸ ਦਿਨ ਧੀ ਪੁੱਤ ਵਿੱਚ ਵਿਸ਼ਵਾਸ ਜਾਗ ਜਾਵੇਗਾ। ਖੁਦ ਦੇ ਮਿੱਤਰ ਬਣੋ ਤੇ ਵੇਖਣਾ ਮਿੱਤਰਤਾ ਦਾ ਘੇਰਾ ਵਿਸ਼ਾਲ ਹੋ ਜਾਵੇਗਾ। ਜਦ ਖੁਦ ਉੱਤੇ ਹੱਸਣਾ ਆ ਜਾਂਦਾ ਹੈ ਤਦ ਖਿਜਾਉਣਾ ਖਤਮ ਹੋ ਜਾਂਦਾ ਹੈ। ਖੁਦ ਦੀ ਨਿੰਦਿਆ ਆਲੋਚਨਾ ਕਰਨੀ ਸ਼ੁਰੂ ਕਰੋ ਸ਼ੀਸ਼ੇ ਅੱਗੇ, ਕਿਸੇ ਮਿੱਤਰ ਨਾਲ ਜਾਂ ਕਾਗਜ਼ ਉੱਤੇ ਲਿਖ ਕੇ। ਵੇਖਣਾ ਚੁਗਲੀ ਕਰਨ ਦੀ ਆਦਤ ਨਹੀਂ ਰਹਿਣੀ। ਖੁਦ ਨੂੰ ਵੀ ਲਾਹਨਤਾਂ ਪਾਉਣੀਆਂ ਸਿੱਖੋ ਕਿ ਮੈਂ ਗਾਲ ਕਿਉਂ ਕੱਢੀ, ਮੈਂ ਗੱਡੀ ਰਫ ਕਿਉਂ ਚਲਾਈ, ਮੈਂ ਸਹੀ ਪਾਰਕਿੰਗ ਕਿਉਂ ਨਹੀਂ ਕੀਤੀ, ਮੈਂ ਫਰਜ਼ ਕਿਉਂ ਨਹੀਂ ਨਿਭਾਏ, ਮੈਂ ਕਦੇ ਕਿਤਾਬਾਂ ਤੇ ਪੈਸੇ ਖਰਚ ਕਿਉਂ ਨਹੀਂ ਕੀਤੇ, ਮੈਂ ਲਾਇਬ੍ਰੇਰੀ ਜਾਣ ਦੀ ਆਦਤ ਕਿਉਂ ਨਹੀਂ, ਕੀ ਮੈਂ ਕਸਰਤ ਕੀਤੀ, ਮੈਂ ਨਜਾਇਜ਼ ਬਿਜਲੀ ਕਿੰਨੀ ਫੂਕੀ, ਮੈਂ ਕਿੰਨਾ ਫਾਲਤੂ ਖਾਧਾ, ਮੈਂ ਕਿੰਨੀ ਝੂਠ ਛੱਡੀ, ਮੈਂ ਕਿੰਨਾ ਪ੍ਰਦੂਸ਼ਣ ਫੈਲਾਇਆ।
ਦੂਜਿਆਂ ਉੱਤੇ ਜੋ ਇਲਜ਼ਾਮ ਲਾਉਂਦੇ ਹਨ, ਜੋ ਸ਼ੱਕ ਕਰਦੇ ਹਾਂ, ਉਹ ਖੁਦ ਵੀ ਤੇ ਕਰੀਏ। ਖੁਦ ਦੇ ਖਾਣ ਪੀਣ, ਰਹਿਣ ਸਹਿਣ, ਬੋਲਣ ਵਿਚਰਨ ਦੀ ਚੀਰ ਫਾੜ ਕਰੀਏ। ਕਦੇ ਖੁਦ ਨੂੰ ਬਦਲ ਲਵੋ ਤੇ ਫਿਰ ਜਿਸ ਨੂੰ ਕਹੋਗੇ ਸੁਣੋਗੇ, ਮੇਰੇ ਬਦਲ ਨਾਲ ਕੀ ਹੋ ਜਾਊਗਾ, ਉਸ ਨੂੰ ਦੱਸ ਸਮਝਾ ਸਕੋਗੇ ਕੀ ਹੁੰਦਾ ਹੈ ਖੁਦ ਨੂੰ ਬਦਲਣਾ। ਖੁਦ ਨੂੰ ਬਦਲ ਦੇਣਾ ਸਹੀ ਅਰਥਾਂ ਵਿੱਚ ਹੀ ਪਰਿਵਰਤਨ ਹੈ। ਖੁਦ ਨੂੰ ਬਦਲ ਕੇ ਹੀ ਚਮਤਕਾਰ ਹੁੰਦੇ ਹਨ। ਚਮਤਕਾਰ ਕੋਈ ਗੈਬੀ ਤਾਕਤ ਨਹੀਂ ਕਰਦੀ, ਖੁਦ ਇਨਸਾਨ ਦੀ ਫਿਤਰਤ ਚਮਤਕਾਰ ਕਰਦੀ ਹੈ। ਚਮਤਕਾਰ ਦੇ ਮੰਤਰ ਗ੍ਰੰਥਾਂ ਤੇ ਕਿਤਾਬਾਂ ਵਿੱਚ ਮਿਲਦੇ ਹਨ। ਪਾਠਕ ਚਮਤਕਾਰ ਕਰਦੇ ਹਨ, ਪਾਠੀ ਨਹੀਂ। ਗੁਰੂ ਅਤੇ ਸ਼ਾਗਿਰਦ ਚਮਤਕਾਰ ਕਰਦੇ ਹਨ, ਬਾਬੇ ਅਤੇ ਸ਼ਰਧਾਲੂ ਅੰਧ ਵਿਸ਼ਵਾਸ ਫੈਲਾਉਂਦੇ ਹਨ। ਚਮਤਕਾਰ ਕਿਤਾਬ ਕਰਦੀ ਹੈ, ਸ਼ਰਾਬ ਨਹੀਂ। ਜਿਹੜੀਆਂ ਸੋਹਣੀਆਂ ਔਰਤਾਂ ਕਿਤਾਬ ਪੜ੍ਹ ਕੇ, ਸੋਹਣਾ ਸੰਗੀਤ ਸੁਣ ਕੇ ਬੱਚਾ ਪੈਦਾ ਕਰਨਗੀਆਂ, ਉਹ ਸੁੰਗੜ ਸਿਆਣਾ ਅਕਲਮੰਦ ਬੱਚਾ ਪੈਦਾ ਕਰਨਗੀਆਂ। ਕਾਰਟੂਨ ਵੇਖ ਕੇ ਤਾਂ ਕਾਰਟੂਨ ਹੀ ਪੈਦਾ ਕੀਤੇ ਜਾ ਸਕਦੇ ਹਨ। ਤੋਹਫਿਆਂ ਵਿੱਚ ਕਿਤਾਬਾਂ ਦੇਣ ਲੈਣ ਵਾਲੇ ਕਦੇ ਸਮਾਜ ਉੱਤੇ ਬੋਝ ਨਹੀਂ ਬਣਦੇ। ਹਨੇਰੇ ਦੇ ਆਦੀ ਚਾਨਣ ਦੇ ਮੱਥੇ ਲੱਗਣਾ ਗੁਨਾਹ ਸਮਝਦੇ ਹਨ। ਚਾਨਣ ਦੇ ਆਸ਼ਿਕ ਜਦ ਦਲੇਰੀ ਨਾਲ ਹਨੇਰੇ ਵਿੱਚ ਦੀ ਲੰਘਦੇ ਹਨ ਤਾਂ ਰੋਸ਼ਨੀ ਕਰਦੇ ਜਾਂਦੇ ਹਨ। ਚਾਨਣ ਦਿਮਾਗ ਦੀ ਬੱਤੀ ਜਗਾਉਣ ਦੇ ਨਾਲ ਮਿਲਦਾ ਹੈ। ਦਿਮਾਗ ਦੀ ਬੱਤੀ ਗਿਆਨ ਨਾਲ ਜਾਗਦੀ ਹੈ। ਗਿਆਨ ਸਿਆਣਿਆਂ ਦੀ ਸੋਭਤ ਅਤੇ ਕਿਤਾਬਾਂ ਦੇ ਸਾਥ ਨਾਲ ਮਿਲਦਾ ਹੈ। ਜਿਵੇਂ ਰੋਸ਼ਨੀ ਜਾਂ ਚਾਨਣ ਦੀ ਲੋੜ ਹਰ ਕਿਸੇ ਨੂੰ ਹਰ ਉਮਰ ਵਿੱਚ ਹੁੰਦੀ ਹੈ, ਉਵੇਂ ਹੀ ਗਿਆਨ ਦੀ ਲੋੜ ਹਰ ਉਮਰ ਵਿੱਚ ਹੁੰਦੀ ਹੈ। ਗਿਆਨ ਦੀ ਲੋੜ ਸਿਰਫ ਜਮਾਤਾਂ ਪਾਸ ਕਰ ਲਈ ਜਾਂ ਡਿਗਰੀਆਂ ਹਾਸਲ ਕਰ ਲਈ ਹੀ ਨਹੀਂ ਹੁੰਦੀ। ਕਿਤਾਬਾਂ ਅਸਲੀ ਇਨਸਾਨ ਬਣਾਉਂਦੀਆਂ ਹਨ। ਅਸਲੀ ਇਨਸਾਨ ਹੀ ਰੱਬ ਹੁੰਦਾ ਹੈ। ਸ਼ੁਭ ਕਾਮਨਾਵਾਂ ਕਰਦੇ ਹਾਂ ਕਿ ਪਰਿਵਰਤਨ ਹੋਵੇ, ਸਭ ਚੰਗੇ ਲਈ ਹੋਵੇ। ਇਸ ਦੇ ਨਾਲ ਹੀ ਅਸੀਂ ਇੱਕ ਕਵਿਤਾ ਸਾਂਝੀ ਕਰਦਾ ਹੋਇਆ ਆਗਿਆ ਲੈਂਦਾ ਹਾਂ। ਖੁਸ਼ਬੂ ਮੁਹੱਬਤ ਵਫਾ ਵਕਤ, ਸਿਰਫ ਲੈਣ ਦੇ ਹੀ ਰਾਹ ਨਾ ਪੈ, ਅੱਗੇ ਵੰਡਣਾ ਵੀ ਸਿੱਖ। ਮਜ਼ਾ ਲੁਤਫ ਮਸਤੀ ਹਕੂਮਤ ਕੱਲਾ ਨਾ ਕਰ, ਦੂਜਿਆਂ ਦੇ ਹਿੱਸੇ ਵੀ ਲਿਖ। ਖਾਣ ਪੀਣ ਪਹਿਨਣ ਟਹਿਲਣ ਉੱਤੇ ਪੈਸਾ ਨਾ ਖਰਚ, ਕਿਤਾਬਾਂ ਉੱਤੇ ਵੀ ਲਾ। ਪੂਜਾ ਪਾਠ ਵਰਤ ਸ਼ਰਧਾ ਕਰੀ ਜਾ, ਪਰ ਧਰਤ ਰੁੱਖ ਪਾਣੀ